ਸਤਿ ਸ਼੍ਰੀ ਅਕਾਲ ਜੀ। ਫਾਸਟ ਨਿਊਜ਼ ਪੰਜਾਬ ਚੈਨਲ ਵੱਲੋਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਅਸੀਂ ਹਰ ਵਾਰ ਵਿਲੱਖਣ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਸਾਡਾ ਪ੍ਰੋਗਰਾਮ ਪੰਜਾਬੀਅਤ ਜਿੰਦਾਬਾਦ ਦੇ ਵਿੱਚ ਪਹਿਲਾਂ ਵੀ ਜੋ ਸਾਡੇ ਐਪੀਸੋਡ ਆ ਚੁੱਕੇ ਹੈ, ਉਹਦੇ ਵਿੱਚ ਅਸੀਂ ਵਿਲੱਖਣ ਸ਼ਖਸੀਅਤਾਂ ਨੂੰ ਪੇਸ਼ ਕਰਨ ਦੀ ਜਿਹੜੀ ਹੈਗੀ ਹੈ ਕੀਤੀ ਹੈਗੀ ਹੈ। ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਤੌਰ 'ਤੇ ਜਿਸ ਤਰ੍ਹਾਂ ਕਰੋਨਾ ਦਾ ਔਰ ਜਿਹੜਾ ਹੈਗਾ ਓਮੀਕਰੋਨ ਦਾ ਖਤਰਾ ਵਧਿਆ ਹੋਇਆ ਹੈ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਪੈਸ਼ਲ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਹੈ ਡਾਕਟਰ ਜਸਬੀਰ ਸਿੰਘ ਜੀ ਸਹਿਗਲ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਪੰਜਾਬੀਅਤ ਜਿੰਦਾਬਾਦ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਫਾਸਟ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਆਪਣੇ ਸਟੂਡੀਓ ਵਿੱਚ ਆਉਣ ਦਾ ਮੌਕਾ ਦਿੱਤਾ। ਪੰਜਾਬੀਅਤ ਜਿੰਦਾਬਾਦ ਦੇ ਪ੍ਰੋਗਰਾਮ ਵਿੱਚ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਤਾਂ ਦਰਸ਼ਕੋ, ਜਿਸ ਤਰ੍ਹਾਂ ਅੱਜ ਕੱਲ੍ਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਹੀ ਗੱਲ ਚੱਲ ਰਹੀ ਹੈ, ਕਰੋਨਾ ਔਰ ਕਰੋਨਾ ਤੋਂ ਬਾਅਦ ਇੱਕ ਨਵਾਂ ਵੇਰੀਐਂਟ ਜਿਹੜਾ ਹੈਗਾ ਓਮੀਕਰੋਨ, ਇੱਕ ਨਵੀਂ ਚੀਜ਼ ਜਿਹੜੀ ਹੈਗੀ ਆ ਉਹ ਦਰਸ਼ਕਾਂ ਦੇ ਜਾਂ ਹਰੇਕ ਲੋਕਾਂ ਦੇ ਮੂੰਹ 'ਤੇ ਆਉਣੀ ਸ਼ੁਰੂ ਹੋ ਗਈ ਹੈ। ਕੁਛ ਸਟੇਟਾਂ ਦੇ ਵਿੱਚ ਕੁਛ ਕੁ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ। ਤਾਂ ਅੱਜ ਅਸੀਂ ਖੁੱਲ੍ਹ ਕੇ ਜਿਹੜੀ ਹੈਗੀ ਹੈ ਗੱਲਬਾਤ ਕਰਾਂਗੇ ਕਰੋਨਾ ਵਾਇਰਸ 'ਤੇ ਔਰ ਓਮੀਕਰੋਨ ਜੋ ਵਾਇਰਸ ਆਇਆ ਹੈ ਉਸ ਦੇ ਬਾਰੇ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਥੋੜ੍ਹਾ ਜਿਹਾ ਅਸੀਂ ਤੁਹਾਡਾ ਜਿਹੜਾ ਹੈਗਾ ਬੈਕਗਰਾਊਂਡ ਜ਼ਰੂਰ ਜਾਣਨਾ ਚਾਹਾਂਗੇ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਦੋਂ ਤੁਹਾਡਾ ਜਨਮ ਹੋਇਆ ਹੈ? ਮੈਂ ਮੋਗੇ ਦਾ ਹੀ ਰਹਿਣ ਵਾਲਾ ਜੀ। 26 ਫਰਵਰੀ 1960 ਦਾ ਮੇਰਾ ਜਨਮ ਹੈ ਜੀ। ਇੱਥੇ ਮੋਗਾ ਦੇ ਵਿੱਚ ਹੀ ਮੇਰਾ ਬਰਥ ਹੋਇਆ ਜੀ। ਔਰ ਡਾਕਟਰ ਸਾਹਿਬ, ਬਚਪਨ ਤੁਹਾਡਾ ਕਿੱਥੇ ਗੁਜ਼ਰਿਆ? ਬਚਪਨ ਮੇਰਾ ਮੁਹੱਲਾ ਖੈਰਿਆਂ ਦੇ ਵਿੱਚ ਗੁਜ਼ਰਿਆ ਜੀ। ਉਸ ਤੋਂ ਬਾਅਦ ਮੈਂ ਦੇਵ ਸਮਾਜ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਆਪਣੀ ਮੈਟ੍ਰਿਕ ਤੱਕ। ਉਹ ਮੈਟ੍ਰਿਕ ਤੱਕ ਪੜ੍ਹਾਈ ਪੂਰੀ ਕਰਕੇ ਅਤੇ ਮੇਰੇ ਫਾਦਰ ਵੀ ਪ੍ਰੈਕਟਿਸ ਕਰਦੇ ਸੀ। ਠੀਕ ਹੈ ਜੀ। ਅਤੇ ਉਹਨਾਂ ਦਾ ਮੇਰਾ ਰੁਝਾਨ ਸ਼ੁਰੂ ਤੋਂ ਹੀ ਪ੍ਰੈਕਟਿਸ ਕਰਨ ਵੱਲ ਸੀਗਾ। ਮੈਂ ਮਤਲਬ ਡਾਕਟਰੀ ਪੇਸ਼ੇ ਵੱਲ ਹੀ ਸ਼ੁਰੂ ਤੋਂ ਜਿਹੜਾ ਸੀਗਾ ਉਹ ਅਟਰੈਕਸ਼ਨ ਸੀ ਮੇਰੀ। ਅਤੇ ਉਹਨਾਂ ਨੇ ਮੈਨੂੰ ਚੰਗੀ ਸਿੱਖਿਆ ਦੇ ਲਈ, ਡਾਕਟਰੀ ਦੇ ਲਈ ਮੈਨੂੰ ਬਹੁਤ ਹੀ ਸ਼ਹਿਰ ਦੇ ਉਸ ਵੇਲੇ ਦੇ ਨਾਮਵਰ ਜਿਹੜੇ ਡਾਕਟਰ ਸੀਗੇ, ਡਾਕਟਰ ਸੁਬੋਧ ਸਿੰਘਲ ਜੀ, ਉਹਨਾਂ ਦੇ ਕੋਲ ਮੈਨੂੰ ਛੱਡਿਆ। ਉੱਥੇ ਮੈਂ 1975 ਤੋਂ ਲੈ ਕੇ 1983 ਤੱਕ ਡਾਕਟਰ ਸਾਹਿਬ ਦੇ ਕੋਲ ਰਹਿ ਕੇ ਮੈਂ ਸਿੱਖਿਆ ਪ੍ਰਾਪਤ ਕੀਤੀ। ਸੰਨ 1983 ਤੋਂ ਲੈ ਕੇ ਅੱਜ ਤੱਕ ਮੈਂ ਆਪਣੀ ਕਲੀਨਿਕ ਦੇ ਉੱਤੇ ਪ੍ਰੈਕਟਿਸ ਕਰ ਰਿਹਾ। ਸਰ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਤੁਹਾਡੇ ਮੰਮੀ ਡੈਡੀ, ਉਹਨਾਂ ਦਾ ਕੀ ਨਾਮ ਹੈ? ਮਾਤਾ ਜੀ ਦਾ ਕੀ ਨਾਮ ਹੈ? ਮੇਰੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਚਰਨਜੀਤ ਕੌਰ ਸਹਿਗਲ, ਸਵਰਗਵਾਸ ਹੋ ਚੁੱਕੀ ਹੈ। ਮੇਰੇ ਫਾਦਰ ਡਾਕਟਰ ਦਵਿੰਦਰ ਸਿੰਘ ਜੀ ਸਹਿਗਲ ਸ਼ਹਿਰ ਦੀ ਨਾਮਵਰ ਸ਼ਖਸੀਅਤ ਰਹੇ ਹੈ। ਉਹ ਚੰਗੇ ਸੋਸ਼ਲ ਲੀਡਰ, ਚੰਗੇ ਪੋਲੀਟੀਸ਼ੀਅਨ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਚੰਗੇ ਡਾਕਟਰ ਵਜੋਂ ਵੀ ਉਹਨਾਂ ਦਾ ਬਹੁਤ ਵਧੀਆ ਨਾਂ ਰਿਹਾ। ਡਾਕਟਰ ਦਵਿੰਦਰ ਸਿੰਘ ਸਹਿਗਲ ਨੂੰ ਸ਼ਹਿਰ ਦੀ ਕਿਹੜੀ ਸ਼ਖਸੀਅਤ ਹੈ ਜਿਹੜੀ ਨਹੀਂ ਜਾਣਦੀ। ਮੈਨੂੰ ਬਹੁਤ ਮਾਣ ਹੈ ਕਿ ਮੈਂ ਉਹਨਾਂ ਦੇ ਘਰ ਬਣ ਕੇ ਸਾਰਿਆਂ ਨਾਲੋਂ ਛੋਟਾ ਪੁੱਤਰ ਉਹਨਾਂ ਦਾ ਮੈਂ ਬਣਿਆ। ਡਾਕਟਰ ਸਾਹਿਬ, ਕਿੰਨੇ ਭੈਣ ਭਾਈ ਹੋ ਤੁਸੀਂ? ਅਸੀਂ 4 ਭੈਣ ਭਾਈ ਹਾਂ ਜੀ। ਮੈਂ ਸਭ ਤੋਂ ਛੋਟਾ ਜੀ। ਠੀਕ ਹੈ ਜੀ। ਅਤੇ ਵੱਡੇ ਭਾਈ ਸਾਹਿਬ ਤੁਹਾਡੇ ਫਿਰ ਕੀ ਉਹ ਵੀ ਇਸੇ ਪ੍ਰੋਫੈਸ਼ਨ 'ਚ ਹੀ ਹੈ? ਨਹੀਂ ਜੀ, ਮੇਰੇ ਵੱਡੇ ਭਾਈ ਸਾਹਿਬ ਸਰਦਾਰ ਬਲਜਿੰਦਰ ਸਿੰਘ ਸਹਿਗਲ, ਉਹਨਾਂ ਦੀ ਮਿੱਤਰ ਪ੍ਰਿੰਟਿੰਗ ਪ੍ਰੈਸ ਹੈ, ਮਿੱਤਰ ਪ੍ਰਿੰਟਰਸ। ਉਹ ਵੀ ਸੋਸ਼ਲ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ। ਠੀਕ ਹੈ ਜੀ। ਉਸ ਤੋਂ ਛੋਟੇ ਬ੍ਰਦਰ ਤੁਹਾਡੇ ਜੀ? ਬਸ ਦੂਸਰਾ ਨੰਬਰ ਮੇਰਾ। ਵੱਡੇ ਭੈਣ ਜੀ ਮੇਰੇ ਉਹ ਇੱਥੇ ਮੋਗੇ ਹੀ ਹੈ। ਠੀਕ ਹੈ। ਛੋਟੇ ਭੈਣ ਜੀ ਮੇਰੇ ਬਰਨਾਲੇ ਹੈ। ਤੋ ਡਾਕਟਰ ਸਾਹਿਬ, ਪੜ੍ਹਾਈ ਦੇ ਦੌਰਾਨ ਹੀ ਤੁਹਾਡੀ ਪ੍ਰੈਕਟਿਸ ਸਟਾਰਟ ਹੋ ਜਾਂਦੀ ਹੈਗੀ ਹੈ ਔਰ ਫਿਰ ਆਪਣੇ ਕੁਛ ਛੋਟੇ ਹੁੰਦਿਆਂ ਦੇ ਸ਼ੌਂਕ ਹੁੰਦੇ ਆ, ਉਹ ਸ਼ੌਂਕ ਫਿਰ ਕਿਵੇਂ ਪੂਰੇ ਕੀਤੇ ਤੁਸੀਂ? ਉਹ ਸ਼ੌਂਕ ਮੈਂ ਸਾਰੇ ਜਿਹੜੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਹੀ ਬਦਲੇ ਜੀ। ਠੀਕ ਹੈ ਜੀ। ਮੈਂ ਇਸੇ ਨੂੰ ਹੀ ਆਪਣਾ ਸ਼ੌਂਕ ਬਣਾ ਕੇ ਅਤੇ ਇਹਦੇ ਵਿੱਚ ਹੀ ਬੜੀ ਲਗਨ ਦੇ ਨਾਲ ਕੰਮ ਸਿੱਖਿਆ ਅਤੇ ਕੀਤਾ। ਮੈਂ ਡਾਕਟਰੀ ਕਿੱਤੇ ਦੇ ਵਿੱਚ ਹੀ ਜੇ ਮੈਂ ਕਹਾਂ ਤਾਂ ਮੈਂ ਕਿਹੜਾ ਕੰਮ ਹੈ ਜਿਹੜਾ ਅਸੀਂ ਇਸ ਦੇ ਵਿੱਚ ਜਿਹੜਾ ਨਹੀਂ ਕੀਤਾ। ਮਿਸਾਲ ਦੇ ਤੌਰ 'ਤੇ ਐਮਰਜੈਂਸੀਜ਼ ਅਟੈਂਡ ਕਰਨਾ, ਓਪਰੇਸ਼ਨ ਥੀਏਟਰ ਦੇ ਸਾਰੇ ਕੰਮ ਕਰਨੇ, ਇਹ ਜਿਹੜੀ ਹੈ ਸਾਰੀ ਇਹ ਮੈਂ ਡਾਕਟਰ ਸਾਹਿਬ ਤੋਂ ਸਿੱਖਿਆ ਪ੍ਰਾਪਤ ਕੀਤੀ। ਠੀਕ ਹੈ ਜੀ।
ਔਰ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਦਰਸ਼ਕਾਂ ਨੂੰ ਵੀ ਇਸ ਚੀਜ਼ ਦਾ ਇੰਤਜ਼ਾਰ ਹੋਏਗਾ ਵੀ ਹੁਣ ਕਰੋਨਾ ਵਾਇਰਸ ਦਾ ਥੋੜ੍ਹਾ ਜਿਹਾ ਜਿਹੜਾ ਹੈਗਾ ਨਾ ਉਹ ਲੋਕਾਂ ਦੀ ਜ਼ੁਬਾਨ ਤੋਂ ਸ਼ਬਦ ਇਹ ਘਟਿਆ ਸੀਗਾ, ਔਰ ਹੁਣ ਇੱਕ ਓਮਿਕਰੋਨ ਨਾਮ ਦਾ ਸ਼ਬਦ ਫਿਰ ਜਿਹੜਾ ਹੈਗਾ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਰਿਹਾ ਹੈਗਾ। ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਓਮਿਕਰੋਨ ਕੀ ਹੈ, ਔਰ ਕਰੋਨਾ ਵਾਇਰਸ ਦੀ ਵੈਕਸੀਨੇਸ਼ਨ ਵੀ ਲੱਗ ਚੁੱਕੀ ਹੈ, ਫਸਟ ਡੋਜ਼ ਵੀ ਸੈਕੰਡ ਡੋਜ਼ ਵੀ, ਔਰ ਹੁਣ ਓਮਿਕਰੋਨ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ, ਕੀ ਉਹਦੀਆਂ ਸਾਵਧਾਨੀਆਂ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਕਰੋਨਾ ਵਾਇਰਸ ਹੀ ਆਇਆ, ਉਹ ਵੈਰੀਐਂਟ ਖਤਮ ਹੋਇਆ ਤਾਂ ਉਸ ਤੋਂ ਅਗਲਾ ਜਿਹੜਾ ਸੀਗਾ ਫਿਰ ਡੈਲਟਾ ਆ ਗਿਆ, ਠੀਕ ਹੈ, ਹੁਣ ਓਮਿਕਰੋਨ ਆ ਗਿਆ। ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੇ ਜੀਵਨ ਦੇ ਨਾਲ ਨਾਲ ਹੀ ਚੱਲੂਗਾ। ਸਾਨੂੰ ਆਪਣੀ ਜੀਵਨ ਜਾਂਚ ਜਿਹੜੀ ਹੈ ਉਹ ਸਮੇਂ ਅਨੁਸਾਰ ਬਦਲਣੀ ਪਊਗੀ, ਅਤੇ ਇਹਨੂੰ ਅਸੀਂ ਜਿਹੜਾ ਇਹ ਸਮੇਂ ਅਨੁਸਾਰ ਹੀ ਢਾਲਣਾ ਪਊਗਾ ਸਾਨੂੰ ਆਪਣੇ ਆਪ ਨੂੰ। ਕਰੋਨਾ ਬੇਹੱਦ ਖਤਰਨਾਕ ਸੀ, ਸਾਡੀਆਂ ਸਰਕਾਰਾਂ ਨੇ ਉਹਨੂੰ ਆਪਣੀ ਸੂਝ-ਬੂਝ ਦੇ ਨਾਲ ਬਹੁਤ ਹੱਦ ਤੱਕ ਜਿਹੜਾ ਉਹ ਕਾਬੂ ਪਾਇਆ, ਅਤੇ ਘੱਟ ਤੋਂ ਘੱਟ ਨੁਕਸਾਨ ਦੇ ਨਾਲ ਦੂਜੇ ਦੇਸ਼ਾਂ ਦੇ ਨਾਲੋਂ ਸਾਡੇ ਦੇਸ਼ ਦੇ ਵਿੱਚ ਮੌਤ ਦਰ ਜਿਹੜੀ ਘੱਟ ਹੋਈ ਹੈ, ਉਹ ਸਾਡੀਆਂ ਸਰਕਾਰਾਂ ਦੀ ਜਿਹੜੀ ਸੂਝ-ਬੂਝ ਦਾ ਕਾਰਨ ਸੀਗਾ। ਹੁਣ ਓਮਿਕਰੋਨ ਜਿਹੜਾ ਇਹ ਦੂਜਿਆਂ ਨਾਲੋਂ ਕਰੋਨਾ ਨਾਲੋਂ ਜ਼ਿਆਦਾ ਘਾਤਕ ਹੈ, ਛੇਤੀ ਫੈਲਦਾ, ਲੇਕਿਨ ਜੋ ਬਾਹਰ ਦੀ ਰਿਸਰਚ ਹੈ ਦੂਸਰੇ ਦੇਸ਼ਾਂ ਦੇ ਵਿੱਚ ਜਿਵੇਂ ਓਮਿਕਰੋਨ ਹੋ ਰਿਹਾ ਹੈ, ਉਸ ਦੇ ਹਿਸਾਬ ਦੇ ਨਾਲ ਜੇ ਵੇਖਿਆ ਜਾਵੇ ਵੀ ਜਿੰਨੀ ਤੇਜ਼ੀ ਨਾਲ ਫੈਲਦਾ ਉਨੀ ਤੇਜ਼ੀ ਨਾਲ ਇਹ ਠੀਕ ਹੋ ਕੇ ਅਤੇ ਆਪਣੇ ਰਿਵਰਸ ਮੋਡ 'ਤੇ ਵੀ ਆ ਜਾਂਦਾ। ਠੀਕ ਹੈ ਜੀ। ਸੋ ਇਹਦੇ ਵਿੱਚ ਜਿਵੇਂ ਕਹਿੰਦੇ ਆ ਇਲਾਜ ਨਾਲੋਂ ਪਰਹੇਜ਼ ਚੰਗਾ, ਸਾਨੂੰ ਜਿਹੜੇ ਆ ਪ੍ਰੀਕਾਸ਼ਨਸ ਜਿਹੜੇ ਆ ਉਹੀ ਲੈਣੇ ਚਾਹੀਦੇ ਆ। ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਕੰਮ ਤੋਂ ਬਗੈਰ ਘਰੋਂ ਨਾ ਨਿਕਲੋ, ਮਾਸਕ ਦੀ ਵਰਤੋਂ ਕਰੋ, ਸੈਨੀਟਾਈਜ਼ਰ ਕਰੋ, ਬਾਰ-ਬਾਰ ਹੱਥ ਧੋਣੇ ਜਿਹੜੇ ਆ। ਸੋ ਇਹਨਾਂ ਚੀਜ਼ਾਂ ਦਾ ਜੇ ਅਸੀਂ ਇਹਤਿਆਤ ਰੱਖਾਂਗੇ ਤਾਂ ਅਸੀਂ ਇਹਨਾਂ ਬਿਮਾਰੀਆਂ ਤੋਂ ਬਚੇ ਵੀ ਰਹਾਂਗੇ। ਜੇਕਰ ਆਪਾਂ ਦੂਸਰੇ ਦੇਸ਼ਾਂ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ, ਪਹਿਲਾਂ ਦੂਸਰੇ ਦੇਸ਼ਾਂ ਦੇ ਵਿੱਚੋਂ ਕਰੋਨਾ ਦੀ ਐਂਟਰੀ ਹੁੰਦੀ ਆ ਆਪਣੇ ਕੰਟਰੀ ਦੇ ਵਿੱਚ, ਔਰ ਫਿਰ ਆਪਣੀ ਜਿਹੜੀ ਹੈਗੀ ਆ ਉਹ ਡੈਥ ਰੇਟ ਘੱਟ ਹੈ, ਕੀ ਕਾਰਨ ਸਮਝਦੇ ਹੋ ਇਸ ਦਾ ਦੂਸਰਿਆਂ ਦੇ ਮੁਕਾਬਲੇ? ਸਾਡੀ ਇਲਾਜ ਪ੍ਰਣਾਲੀ ਦੂਸਰਿਆਂ ਨਾਲੋਂ ਭਿੰਨ ਹੈ। ਠੀਕ ਹੈ ਜੀ। ਸਾਡੇ ਡਾਕਟਰ ਦੂਸਰਿਆਂ ਡਾਕਟਰਾਂ ਨਾਲੋਂ ਜ਼ਿਆਦਾ ਕਾਬਲ ਨੇ, ਇਹਨਾਂ ਦਾ ਇਲਾਜ ਕਰਨ ਦਾ ਤਰੀਕਾ ਬਹੁਤ ਸਰਲ ਅਤੇ ਬਹੁਤ ਹੀ ਵਧੀਆ ਹੈ, ਜਿਸ ਕਰਕੇ ਇਹ ਜਿਹੜੀ ਇੱਥੋਂ ਦੀ ਮੌਤ ਦਰ ਘੱਟ ਹੈ। ਔਰ ਸਮਰਪਿਤ ਭਾਵਨਾ ਨਾਲ ਜਿੰਨਾ ਵੀ ਮੈਡੀਕਲ ਸਟਾਫ ਹੈ ਉਹ ਕੰਮ ਕਰਦਾ ਹੈ। ਇੱਕ ਮਤਲਬ ਜੇ ਵੇਖਿਆ ਜਾਵੇ ਤਾਂ ਸਮਾਜ ਸੇਵੀ ਬਣ ਕੇ ਕੰਮ ਕਰਦੇ, ਨਾ ਕਿ ਪ੍ਰੋਫੈਸ਼ਨਲ ਡਾਕਟਰ ਬਣ ਕੇ ਕੰਮ ਕਰਦੇ ਆ, ਸਮਾਜ ਸੇਵੀ ਬਣ ਕੇ ਹੀ ਕੰਮ ਕਰਦੇ ਆ, ਜਿਸ ਕਰਕੇ ਇਹ ਸਾਡੇ ਇੱਥੇ ਦੇਸ਼ ਦੇ ਵਿੱਚ ਜਿਹੜੀ ਹੈ ਇਹ ਰੇਸ਼ੋ ਘੱਟ ਹੈ। ਤਾਂ ਸਰਕਾਰ ਵੱਲੋਂ ਵੀ ਤੁਹਾਨੂੰ ਜਿਹੜਾ ਹੈਗਾ ਫਰੰਟ ਵਾਰੀਅਰ ਦਾ ਇੱਕ ਖਿਤਾਬ ਦਿੱਤਾ ਗਿਆ ਜੀ। ਬਿਲਕੁਲ, ਕਿਉਂਕਿ ਆਪਣੀ ਜਾਨ ਅਸੀਂ ਦੇਖਿਆ ਸੀਗਾ, ਟੀਵੀ ਦੇ ਵਿੱਚ ਵੀ ਦੇਖਦੇ ਰਹਿੰਦੇ ਹਾਂ, ਔਰ ਆਪਣੀ ਜਾਨ ਆਪਣੀ ਫੈਮਿਲੀ ਤੱਕ ਨੂੰ ਜਿਹੜਾ ਹੈਗਾ ਡਾਕਟਰ ਸਾਹਿਬ ਜਿਹੜੇ ਫਰੰਟ ਵਾਰੀਅਰ ਦੇ ਵਿੱਚ ਸੀ, ਉਹਨਾਂ ਨੇ ਆਪਣੀ ਫੈਮਿਲੀ ਨੂੰ ਇਗਨੋਰ ਕਰਕੇ ਲੋਕ ਸੇਵਾ ਜਿਹੜੀ ਹੈਗੀ ਆ ਵੱਧ ਤੋਂ ਵੱਧ ਕੀਤੀ ਹੈ। ਔਰ ਉਹਦੇ ਵਿੱਚ ਜ਼ਰੂਰ ਅਸੀਂ ਤੁਹਾਤੋਂ ਚਾਹਾਂਗੇ ਵੀ ਡਾਕਟਰ ਸਾਹਿਬ ਦਾ ਥੈਂਕਸ ਜ਼ਰੂਰ ਕਰੋ, ਜੋ ਵੀ ਡਾਕਟਰ ਕਮਿਊਨਿਟੀ ਹੈ ਉਹਨਾਂ ਦਾ ਜ਼ਰੂਰ ਥੈਂਕਸ ਕਰੋ ਜੀ ਤੁਸੀਂ। ਬਿਲਕੁਲ ਜੀ, ਜਿਸ ਵੇਲੇ ਕਰੋਨਾ ਲਹਿਰ ਸ਼ੁਰੂ ਹੋਈ ਹੈ, ਪਹਿਲੀ ਕਰੋਨਾ ਲਹਿਰ, ਉਸ ਵੇਲੇ ਲਾਕਡਾਊਨ ਲੱਗ ਚੁੱਕਿਆ ਸੀ। ਸਾਰੇ ਸ਼ਹਿਰਾਂ ਦੇ ਜਿੰਨੇ ਨਰਸਿੰਗ ਹੋਮਸ ਹੈ, ਵੱਡੇ ਵੱਡੇ ਹਸਪੀਟਲ ਹੈ, ਮਲਟੀ ਸਪੈਸ਼ਲਿਟੀ ਹਸਪੀਟਲ ਤੱਕ ਵੀ ਸਾਡੇ ਜਿਹੜੇ ਉਹ ਲੋਕ ਲੱਗ ਚੁੱਕੇ ਸੀ ਸਭ ਨੂੰ। ਉਸ ਵੇਲੇ ਸਭ ਤੋਂ ਜ਼ਿਆਦਾ ਜਿਹੜੇ ਕੰਮ ਕੀਤਾ ਹੈ ਉਹ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਹੈਗੇ ਹੈ, ਪੇਂਡੂ ਡਾਕਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਹੀ ਜਿਹੜੀ ਆਪਣੇ ਮੁੱਢਲੇ ਫਰਜ਼ ਜਿਹੜੇ ਬਹੁਤ ਬਾਖੂਬੀ ਨਿਭਾਏ ਹੈ, ਔਰ ਜਿਸ ਦਾ ਸਾਨੂੰ ਆਮ ਲੋਕਾਂ ਵੱਲੋਂ ਬਹੁਤ ਪਿਆਰ ਵੀ ਮਿਲਿਆ। ਲੋਕਾਂ ਨੇ ਸ਼ਾਬਾਸ਼ੀ ਦਿੱਤੀ ਹੈ, ਬਾਰ-ਬਾਰ ਸੱਦ ਕੇ ਜਗ੍ਹਾ ਜਗ੍ਹਾ 'ਤੇ ਸਨਮਾਨਿਤ ਵੀ ਕੀਤਾ ਹੈ। ਸੋ ਅਸੀਂ ਆਮ ਜਨਤਾ ਦੇ ਜਿਹੜੇ ਇਸ ਗੱਲੋਂ ਬੜੇ ਰਿਣੀ ਹੈ ਕਿ ਉਹ ਸਾਨੂੰ ਇੰਨਾ ਪਿਆਰ ਕਰਦੇ ਹੈ। ਡਾਕਟਰ ਸਾਹਿਬ ਗੱਲ ਆਈ ਹੈਗੀ ਹੈ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਯੋਗਦਾਨ ਦੀ, ਔਰ ਜ਼ਿਆਦਾਤਰ ਜਿਸ ਤਰ੍ਹਾਂ ਪੇਂਡੂ ਏਰੀਏ ਦੇ ਨਾਲ ਸੰਬੰਧਿਤ ਹੈਗੇ ਹੈ, ਜੋ ਆਪਾਂ RMP ਕਹਿ ਸਕਦੇ ਹਾਂ, ਜਾਂ ਅਨਰਜਿਸਟਰਡ ਜਿਹੜੇ ਹੈਗੇ ਆ ਮੈਡੀਕਲ ਪ੍ਰੈਕਟੀਸ਼ਨਰ ਹੈਗੇ ਆ, ਉਹਨਾਂ ਦਾ ਕਿੰਨਾ ਕੁ ਯੋਗਦਾਨ ਜਿਹੜਾ ਹੈਗਾ ਕਰੋਨਾ ਵਾਇਰਸ ਦੇ ਵਿੱਚ ਰਿਹਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ? ਸਭ ਤੋਂ ਜ਼ਿਆਦਾ ਯੋਗਦਾਨ ਹੀ ਜਿਹੜੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਜਿਹੜੇ ਪਿੰਡਾਂ 'ਚ ਬੈਠੇ ਜਾਂ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਮੁਹੱਲਿਆਂ ਦੇ ਵਿੱਚ ਬੈਠੇ ਹੈ, ਜ਼ਿਆਦਾ ਯੋਗਦਾਨ ਹੀ ਇਹਨਾਂ ਦਾ ਰਿਹਾ, ਕਿਉਂਕਿ ਕੁਆਲੀਫਾਈਡ ਡਾਕਟਰਸ ਨੇ ਪੇਸ਼ੈਂਟ ਦੇਖਣੇ ਬੰਦ ਕਰ ਦਿੱਤੇ ਸੀ ਅਤੇ ਲੋਕ ਹੁਣ ਜਾਣ ਕਿੱਥੇ। ਅਸੀਂ ਵੀ ਉਹਨਾਂ ਦਿਨਾਂ 'ਚ
ਪੇਸ਼ੈਂਟ ਦੇਖਣੇ ਤੋਂ ਹਫ਼ਤਾ ਕੁ ਬੰਦ ਰੱਖੇ ਹੈ, ਲੇਕਿਨ ਲੋਕੀ ਸਾਡਾ ਜਿਹੜਾ ਹੈ ਨਾ ਆਮ ਜਨਤਾ ਸਾਡੇ ਦਰਵਾਜ਼ੇ ਖਟਖਟਾਉਣੋਂ ਨਹੀਂ ਹਟੀ, ਫੋਨ ਕਰਨੋਂ ਨਹੀਂ ਹਟੀ, ਅਸੀਂ ਕਿੱਧਰ ਨੂੰ ਜਾਈਏ, ਕੰਧਾਂ ਟੱਪ ਕੇ ਆਉਣ ਤੱਕ ਹੋ ਗਏ। ਫਿਰ ਸਾਨੂੰ ਆਪਣਾ ਸਮਾਨ ਜਿਹੜਾ ਹੈ ਉਹ ਕਲੀਨਿਕ ਤੋਂ ਚੁੱਕ ਕੇ ਘਰ ਲਿਜਾਣਾ ਪਿਆ, ਅਤੇ ਉਹ ਘਰ ਬੈਠ ਕੇ OPD ਕੀਤੀ ਅਤੇ ਉਹ ਲੋਕਾਂ ਦੀਆਂ ਜਾਨਾਂ ਬਚਾਈਆਂ। ਡਾਕਟਰ ਸਾਹਿਬ ਫਿਰ ਗੱਲ ਉੱਥੇ ਹੀ ਆ ਜਾਂਦੀ ਹੈਗੀ ਹੈ, ਚਾਹੇ ਉਹਨਾਂ ਦੀ ਯੋਗਤਾ ਘੱਟ ਹੈ ਜੋ ਪਿੰਡਾਂ ਦੇ ਵਿੱਚ ਬੈਠੇ ਹੈਗੇ ਹੈ, ਚਾਹੇ ਉਹ ਰਜਿਸਟਰਡ ਨਹੀਂ ਹੈ, ਪਰ ਫਿਰ ਵੀ ਸਭ ਤੋਂ ਵਡਮੁੱਲਾ ਯੋਗਦਾਨ ਉਹਨਾਂ ਦਾ ਹੈ। ਔਰ ਉਹਨਾਂ ਦਾ ਜਿਹੜਾ ਹੈਗਾ ਉਹਨਾਂ 'ਤੇ ਇੱਕ ਤਲਵਾਰ ਲਟਕਦੀ ਰਹਿੰਦੀ ਹੈ, ਚਾਹੇ ਉਹ RMP ਹੈ, ਚਾਹੇ ਉਹ ਅਨਰਜਿਸਟਰਡ ਜਿਹੜੇ ਹੈਗੇ ਮੈਡੀਕਲ ਪ੍ਰੈਕਟੀਸ਼ਨਰ ਹੈਗੀ ਹੈ। ਕੀ ਤੁਸੀਂ ਜਿਹੜਾ ਹੈਗਾ ਇੱਕ ਜਥੇਬੰਦੀ ਵੀ ਜਿਸ ਤਰ੍ਹਾਂ ਸਾਨੂੰ ਪਤਾ ਹੈ ਵੀ ਉਹ ਚੱਲ ਰਹੀ ਹੈਗੀ ਹੈ, ਵੀ ਇੱਕ ਸੰਘਰਸ਼ ਜਿਹੜਾ ਹੈਗਾ ਸਮੇਂ-ਸਮੇਂ 'ਤੇ ਜੋ ਸਰਕਾਰਾਂ ਤੁਸੀਂ ਉਹਨਾਂ ਦੇ ਤੱਕ ਪਹੁੰਚ ਵੀ ਕੀਤੀ ਹੈ ਵੀ ਸਾਨੂੰ ਕਿਸੇ ਤਰੀਕੇ ਰਜਿਸਟਰਡ ਕਰਕੇ ਜਿਹੜਾ ਹੈਗਾ ਆਪਦੀ ਪ੍ਰੈਕਟਿਸ ਕਰਨ ਦਾ ਮੌਕਾ ਦਿੱਤਾ ਜਾਵੇ। ਹਾਲਾਂਕਿ ਜਦੋਂ ਤੁਸੀਂ ਕਿਸੇ ਹੌਸਪੀਟਲ ਦੇ ਵਿੱਚ ਜਿਹੜਾ MBBS ਹੈ ਜਾਂ MD ਹੈ ਉਹਦੇ ਕੋਲੇ ਬਤੌਰ ਇੱਕ ਵਲੰਟੀਅਰ ਜਾਂ ਬਤੌਰ ਇੱਕ ਸਟਾਫ ਕੰਮ ਕਰ ਰਹੇ ਆ, ਉਦੋਂ ਕਿਸੇ ਨੂੰ ਕੋਈ ਦਿੱਕਤ ਨਹੀਂ, ਪਰ ਜਦੋਂ ਤੁਸੀਂ ਖੁਦ ਆਪਦਾ ਕਲੀਨਿਕ ਚਲਾਉਣੇ ਆ ਤਾਂ ਉਦੋਂ ਤੁਹਾਡੇ 'ਤੇ ਇੱਕ ਤਲਵਾਰ ਜਿਹੜੀ ਹੈਗੀ ਆ ਲਟਕਦੀ ਹੈ, ਖਾਸ ਕਰਕੇ ਜਿਹੜੇ ਅਨਰਜਿਸਟਰਡ ਹੈਗੇ ਆ। ਔਰ ਕਰੋਨਾ ਵਾਇਰਸ ਦੇ ਦੌਰਾਨ ਤੇ ਹੁਣ ਓਮੀਕਰੋਨ ਆ ਗਿਆ, ਇਹਦੇ ਵਿੱਚ ਸਭ ਤੋਂ ਵਡਮੁੱਲਾ ਯੋਗਦਾਨ ਉਹਨਾਂ ਲੋਕਾਂ ਦਾ ਹੀ ਹੁੰਦਾ ਹੈ। ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਸੰਨ 1963 ਤੋਂ ਪਹਿਲਾਂ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਸੀ ਜਿਹੜੀ, ਉਹ ਗੁਰੂ ਚੇਲਾ ਦੇ ਤੌਰ 'ਤੇ ਹੀ ਹੁੰਦੀ ਸੀਗੀ। ਜਦੋਂ ਕੋਈ ਕੰਮ ਸਿੱਖਦਾ ਸੀਗਾ, ਕਿਸੇ ਵੈਦ ਜੀ ਕੋਲੋਂ, ਆਪਣੇ ਪਿੰਡ ਦੇ ਵੈਦ ਕੋਲੋਂ ਕੰਮ ਸਿੱਖ ਲਿਆ ਜਾਂ ਆਪਣੇ ਬਾਪ ਕੋਲੋਂ ਕੰਮ ਸਿੱਖ ਲਿਆ, ਤਾਂ ਉਹ ਗੁਰੂ ਚੇਲਾ ਪ੍ਰਣਾਲੀ ਦੇ ਤਹਿਤ ਜਿਹੜਾ ਉਹਨੂੰ ਰਜਿਸਟਰਡ ਜਿਹੜਾ ਕਰ ਦਿੰਦੇ ਸੀਗੇ, ਉਹਦੇ ਤਜਰਬੇ ਦੇ ਆਧਾਰ 'ਤੇ। ਸਾਡੀ ਹੁਣ ਵੀ ਇਹੀ ਮੰਗ ਹੈ ਕਿ ਸਾਨੂੰ ਤਜਰਬੇ ਦੇ ਆਧਾਰ 'ਤੇ ਰਜਿਸਟਰਡ ਕੀਤਾ ਜਾਵੇ। ਸੋ ਉਹ ਹੁਣ ਪਿੰਡਾਂ ਦੇ ਵਿੱਚ ਜਿਹੜੇ ਡਾਕਟਰ ਜਿਹੜੇ ਕੰਮ ਕਰਦੇ ਹੈ, ਉਹ ਕਰਦੇ ਹੀ ਲੋਕਾਂ ਦੇ ਸਿਰ 'ਤੇ ਕੰਮ ਹੈ। ਲੋਕ ਇੰਨਾ ਪਿਆਰ ਕਰਦੇ ਹੈ, ਚਾਹੇ ਸਰਕਾਰ ਝੋਲਾ ਛਾਪ ਕਹੇ, ਜੋ ਮਰਜ਼ੀ ਕਹੇ, ਲੇਕਿਨ ਉਹ ਪਿੰਡਾਂ ਦੇ ਲੋਕਾਂ ਦੀ ਮਸੀਹਾ ਹੈ। ਉਹ ਲੋਕਾਂ ਨੇ ਹੀ ਬਣਾਏ ਹੋਏ ਡਾਕਟਰ ਸਾਹਿਬ ਹੈ। ਡਾਕਟਰ ਸਾਹਿਬ ਕਰਕੇ ਬੁਲਾਉਂਦੇ ਹੈ, ਜਾਤੀ ਰਿਲੇਸ਼ਨ ਕਰਕੇ ਬੁਲਾਉਂਦੇ ਆ ਉਹਨਾਂ ਨੂੰ, ਕੋਈ ਚਾਚਾ ਜੀ ਕਹਿੰਦਾ, ਕੋਈ ਅੰਕਲ ਜੀ ਕਹਿੰਦਾ, ਵੀਰ ਜੀ, ਬਾਈ ਜੀ, ਸਤਿਕਾਰ ਨਾਲ ਬੁਲਾਉਂਦੇ ਹੈ। ਇੰਨਾ ਸਤਿਕਾਰ ਜਿਹੜਾ ਮਿਲਦਾ ਹੈ ਇਹ ਬਹੁਤ ਮੁਸ਼ਕਿਲ ਨਾਲ ਹੀ ਮਿਲਦਾ ਹੁੰਦਾ, ਅਤੇ ਐਵੇਂ ਤਾਂ ਮਿਲਦਾ ਹੀ ਨਹੀਂ। ਇੱਕ ਐਜ ਏ ਪਰਿਵਾਰਕ ਮੈਂਬਰ ਡੀਲ ਕੀਤਾ ਜਾਂਦਾ ਹੈ। ਬਿਲਕੁਲ ਜੀ। ਚਾਹੇ ਜਿਹੜਾ ਹੈਗਾ ਸਰਕਾਰ ਦੀ ਨਿਗਾਹ ਦੇ ਵਿੱਚ ਉਹ ਅਨਕੁਆਲੀਫਾਈਡ ਹੈਗੇ ਆ ਜਾਂ ਅਨਰਜਿਸਟਰਡ ਹੈਗੇ ਆ, ਪਰ ਉਹਨਾਂ ਦੀ ਜ਼ਿੰਦਗੀ ਵਾਸਤੇ ਉਹ ਇੱਕ ਮਸੀਹਾ ਹੈ। ਤਾਂ ਤੁਹਾਡੀ ਥੋੜ੍ਹੀ ਜਿਹੀ ਐਸੋਸੀਏਸ਼ਨ ਦੇ ਬਾਰੇ ਵੀ ਦੱਸੋ ਵੀ ਕਿੰਨੇ ਕੁ ਇਹਦੇ ਵਿੱਚ ਮੈਂਬਰ ਹੈਗੇ ਆ, ਔਰ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਇਹ ਸਟਾਰਟ ਕੀਤਾ ਸੀ, ਔਰ ਕਿੱਥੋਂ ਤੱਕ ਇਹ ਚੱਲਿਆ ਜੀ ਸੰਘਰਸ਼ ਤੁਹਾਡਾ? ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਾਡੀ 1997 ਦੇ ਵਿੱਚ ਹੋਂਦ 'ਚ ਆਈ। ਠੀਕ ਹੈ ਜੀ। ਸਾਰੇ ਪੰਜਾਬ ਦੇ ਵਿੱਚ ਇਹਦੀਆਂ ਇਕਾਈਆਂ ਜਿਹੜੀਆਂ ਉਹ ਸਥਾਪਿਤ ਕੀਤੀਆਂ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਤਕਰੀਬਨ 700-800 ਇਹਦੇ ਮੈਂਬਰ ਸਾਡੇ ਕੋਲ ਰਜਿਸਟਰਡ ਜਿਹੜੇ ਹੈਗੇ ਆ, ਜਿਹੜੇ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਆ। ਜਿਹੜੇ ਜਥੇਬੰਦੀ ਤੋਂ ਬਾਹਰ ਨੌਨ ਮੈਂਬਰ ਹੈਗੇ ਆ, ਉਹਨਾਂ ਦੀ ਗਿਣਤੀ ਤਾਂ ਇਸ ਤੋਂ ਵੀ ਬਹੁਤ ਜ਼ਿਆਦਾ ਹੈ। ਜੇ ਅਸੀਂ ਪੰਜਾਬ ਦੇ ਵਿੱਚ ਗਿਣਤੀ ਕਰੀਏ ਤਾਂ ਸਾਡੀ ਪੂਰੇ ਪੰਜਾਬ ਦੇ ਵਿੱਚ ਗਿਣਤੀ ਜਿਹੜੀ ਆ ਤਕਰੀਬਨ 20-25 ਹਜ਼ਾਰ ਹੋਊਗੀ ਸਾਡੀ ਗਿਣਤੀ। ਜੇ ਅਨਰਜਿਸਟਰਡ ਦੀ ਗਿਣਤੀ ਟੋਟਲ ਕਰੀਏ, ਜਿਹੜੇ ਸਾਡੇ ਨੌਨ ਮੈਂਬਰ ਹੈ ਯੂਨੀਅਨ ਤੋਂ, ਜਿਹੜੇ ਬਾਹਰ ਦੇ ਡਾਕਟਰ ਹੈ, ਤਾਂ ਤਕਰੀਬਨ ਲੱਖ ਤੋਂ ਉੱਤੇ ਪਹੁੰਚ ਜਾਂਦੀ ਹੈ। ਕੀ ਬਾਤ ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਸੇਵਾ ਜਿਹੜੀ ਹੈਗੀ ਆ ਉਹ ਕਰ ਰਹੇ ਆ ਜੀ। ਚਾਹੇ ਉਹਨਾਂ ਨੂੰ ਝੋਲਾ ਛਾਪ ਜਾਂ ਅਨਰਜਿਸਟਰਡ ਹੀ ਕਿਹਾ ਜਾਂਦਾ ਹੈ, ਹਾਂਜੀ, ਪਰ ਫਿਰ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ। ਬਿਲਕੁਲ ਜੀ, ਬਿਲਕੁਲ ਬਹੁਤ ਵੱਡਾ ਯੋਗਦਾਨ ਹੈ। ਤਾਂ ਡਾਕਟਰ ਸਾਹਿਬ ਇੱਕ ਹੁਣ ਜਿਹੜੀ ਹੈਗੀ ਆ ਹੋਰ ਗੱਲ ਆ ਗਈ ਹੈ, ਕਿਸਾਨੀ ਸੰਘਰਸ਼ ਜਿਹੜਾ ਹੈਗਾ ਚੱਲਿਆ ਪੂਰਾ ਲਗਭਗ ਸਾਲ ਜਿਹੜਾ ਹੈਗਾ, ਉਹ ਕਿਸਾਨਾਂ ਦੇ ਨਾਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਜੀ। ਉਹਦੇ ਬਾਰੇ ਜ਼ਰੂਰ ਦੱਸੋ ਜੀ। ਕਿਸਾਨੀ ਜਥੇਬੰਦੀਆਂ ਤੇ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦੋਨੇ ਇੱਕ ਦੂਜੇ ਦੀਆਂ ਜਿਹੜੀਆਂ ਇਹ ਪੂਰਕ ਨੇ। ਠੀਕ ਹੈ ਜੀ। ਜਦੋਂ ਵੀ ਮੈਡੀਕਲ ਪ੍ਰੈਕਟੀਸ਼ਨਰ 'ਤੇ ਭੀੜ ਪੈਂਦੀ ਹੈ ਤਾਂ ਕਿਸਾਨ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਆ। ਕਿਸਾਨ ਹੋਏ ਜਾਂ ਕਿਸਾਨ ਮਜ਼ਦੂਰ ਹੋਏ ਜਿਹੜੇ ਹੈ, ਇਹ ਜਥੇਬੰਦੀਆਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀਆਂ, ਭਾਵੇਂ ਉਹ 97 ਦੇ ਪਰਚਿਆਂ ਵੇਲੇ ਹੋਵੇ ਜਾਂ ਅੱਜ ਤੱਕ ਵੀ ਕਿਸੇ 'ਤੇ ਕੋਈ ਭੀੜ ਪੈਂਦੀ ਹੋਵੇ, ਤਾਂ ਇਹ ਲੋਕ ਟਰਾਲੀਆਂ ਭਰ ਕੇ ਸਾਡੇ ਮਗਰ ਆ ਖੜ੍ਹਦੇ ਆ। ਜਦੋਂ ਇਹਨਾਂ ਦਾ ਮੋਰਚਾ ਲੱਗਦਾ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਹੈ, ਇੱਕ ਭਰਾ ਹੋਣ ਦੇ ਨਾਤੇ ਅਸੀਂ ਵੀ ਆਪਦਾ ਜੋ ਹੈਗਾ ਯੋਗਦਾਨ ਉਹ ਪਾਈਏ, ਅਤੇ ਅਸੀਂ ਇਹ ਬਣਦਾ ਫਰਜ਼ ਨਿਭਾਉਣੇ ਵੀ ਹੈ। ਜਿਵੇਂ ਪਿੱਛੇ ਜੇ ਹੁਣ ਕਿਸਾਨੀ ਮੋਰਚਾ ਜਿਹੜਾ ਚੱਲਿਆ, ਅਸੀਂ ਪਹਿਲਾਂ ਹਰ ਰੇਲਵੇ ਸਟੇਸ਼ਨ 'ਤੇ ਜਾਂ ਜਿੱਥੇ ਵੀ ਇਹਨਾਂ ਦਾ ਧਰਨਾ ਸੀਗਾ
ਸੋਲਰ ਪਲਾਂਟ 'ਤੇ ਜਾਂ ਹੋਰ ਵੀ ਜਿੱਥੇ ਵੀ ਸੀਗੇ ਇਹਨਾਂ ਦੇ, ਅਸੀਂ ਉੱਥੇ ਆਪਣੇ ਫ੍ਰੀ ਮੈਡੀਕਲ ਕੈਂਪ ਲਗਾਏ। ਫਿਰ ਇਹ ਧਰਨੇ ਚੁੱਕ ਕੇ ਦਿੱਲੀ ਬਾਰਡਰਾਂ 'ਤੇ ਲੈ ਗਏ, ਉੱਥੇ ਵੀ ਸਾਡੇ ਵੱਲੋਂ ਜਿਹੜੇ ਆ ਫ੍ਰੀ ਮੈਡੀਕਲ ਕੈਂਪ ਚੱਲਦੇ ਰਹੇ। ਸਾਡੇ ਸੂਬਾ ਪ੍ਰਧਾਨ ਡਾਕਟਰ ਧਰਨਾਮਲ ਜੀ ਗੋਇਲ 95 ਦਿਨ ਘਰ ਨਹੀਂ ਵਾਪਸ ਆਏ। ਉਹਨਾਂ ਨੇ ਲਗਾਤਾਰ ਉੱਥੇ ਆਪਣੀਆਂ ਸੇਵਾਵਾਂ ਦਿੱਤੀਆਂ, ਜਿਸ ਸਦਕਾ ਇੱਕ ਕਿਸਾਨਾਂ ਦੀ 32 ਯੂਨੀਅਨ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਬਣੀ, ਉਹਦੇ ਵਿੱਚ ਗੈਰ ਕਿਸਾਨੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਨੁਮਾਇੰਦੇ ਦੇ ਤੌਰ 'ਤੇ ਇਹਨਾਂ ਨੂੰ ਉਸ ਜੁਆਇੰਟ ਐਕਸ਼ਨ ਕਮੇਟੀ ਦਾ ਮੈਂਬਰ ਲਿਆ ਗਿਆ। ਇਹ ਬਹੁਤ ਵੱਡੇ ਮਾਣ ਦੀ ਗੱਲ ਹੈ। ਡਾਕਟਰ ਸਾਹਿਬ, ਬਹੁਤ ਲੰਬਾ ਸੰਘਰਸ਼ ਜਿਹੜਾ ਹੈਗਾ ਚੱਲ ਰਿਹਾ ਹੈ। ਹੁਣ ਤੁਸੀਂ ਕੀ ਜਿਹੜੀ ਹੈਗੀ ਆ, ਜਿਸ ਤਰ੍ਹਾਂ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿਸਾਨੀ ਸੰਘਰਸ਼ ਦਾ ਕੋਈ ਹੱਲ ਨਹੀਂ ਨਿਕਲੇਗਾ, ਹਾਲਾਂਕਿ ਉਹਦਾ ਹੱਲ ਵੀ ਨਿਕਲ ਚੁੱਕਿਆ ਹੈ। ਜੋ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹੈਗੇ ਆ, ਇਹਨਾਂ ਦਾ ਵੀ ਹੱਲ ਕਿਸ ਤਰ੍ਹਾਂ ਨਿਕਲ ਸਕਦਾ ਹੈ? ਇਹਦਾ ਵੀ ਹੱਲ ਜ਼ਰੂਰ ਨਿਕਲੇਗਾ ਜੀ, ਔਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਇਹ ਨਿਕਲਣ ਦੇ ਕਿਨਾਰੇ ਹੀ ਹੈ। ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਸਾਰੀਆਂ ਹੀ ਸਾਨੂੰ ਲਾਰੇ ਤਾਂ ਲਾਉਂਦੀਆਂ, ਚਾਹੇ ਕੋਈ ਵੀ ਸਰਕਾਰ ਆਈ ਹੈ। ਕਾਂਗਰਸ ਨੇ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਜਿਹੜਾ ਮੱਦ ਨੰਬਰ 16 ਦੇ ਉੱਤੇ ਸਾਡਾ ਮਤਾ ਵੀ ਪਾਇਆ ਹੋਇਆ ਸੀਗਾ, ਔਰ ਸਾਡੇ ਨਾਲ ਵਾਅਦਾ ਵੀ ਸੀਗਾ ਕਿ ਅਸੀਂ ਇਹ ਪੂਰਾ ਕਰਾਂਗੇ। 21 ਅਕਤੂਬਰ ਨੂੰ ਅਸੀਂ ਮੋਰਿੰਡਾ ਵਿਖੇ ਰੈਲੀ ਸਟੇਟ ਪੱਧਰੀ ਕੀਤੀ। ਸਾਡੇ ਸੂਬਾ ਪ੍ਰਧਾਨ ਵੈਦ ਧਰਨਾਮਲ ਜੀ ਦੀ ਰਹਿਨੁਮਾਈ ਦੇ ਥੱਲੇ ਬਹੁਤ ਵੱਡੀ। ਉਸ ਤੋਂ ਬਾਅਦ ਚੰਨੀ ਸਾਹਿਬ ਦਾ ਘਰ ਘੇਰਿਆ CM ਜੀ ਦਾ। ਤਾਂ ਸਾਨੂੰ 25 ਅਕਤੂਬਰ ਨੂੰ ਸਾਡੀ ਮੀਟਿੰਗ ਕਰਾਉਣ ਦਾ ਤਹਿਸੀਲਦਾਰ ਸਾਹਿਬ ਨੇ ਟਾਈਮ ਲੈ ਕੇ ਦਿੱਤਾ। ਉਹ ਕਿਸੇ ਵਜ੍ਹਾ ਕਰਕੇ CM ਸਾਹਿਬ ਕੋਲ ਟਾਈਮ ਨਹੀਂ ਸੀ ਹੈਗਾ, ਤਾਂ ਉਹ ਡੇਟ ਅੱਗੇ ਪਾ ਦਿੱਤੀ ਗਈ, 28 ਪਾ ਦਿੱਤੀ ਗਈ। ਉਹ 28 ਨੂੰ ਵੀ ਨਹੀਂ ਟਾਈਮ ਮਿਲਿਆ, ਤਾਂ ਅਸੀਂ 3 ਦਸੰਬਰ ਤੋਂ ਪੱਕਾ ਮੋਰਚਾ ਲਗਾ ਦਿੱਤਾ ਮੋਰਿੰਡੇ ਵਿਖੇ। ਠੀਕ ਹੈ ਜੀ। ਉਸ ਦੇ ਵਿੱਚ ਹਰ ਰੋਜ਼ ਹਰ ਜ਼ਿਲ੍ਹੇ ਦੀ ਬਦਲ ਕੇ ਵਾਰੀ ਹੁੰਦੀ ਸੀਗੀ, ਜਿਸ ਵਿੱਚ ਸਾਡੀ ਮੋਗਾ ਜ਼ਿਲ੍ਹੇ ਦੀ ਵਾਰੀ 3 ਦਸੰਬਰ ਦੀ ਸੀ। ਠੀਕ ਹੈ ਜੀ। ਫਿਰ ਤਹਿਸੀਲਦਾਰ ਸਾਹਿਬ ਉੱਥੇ ਬਾਰ-ਬਾਰ ਰੋਜ਼ ਆ ਕੇ ਸਾਨੂੰ ਮਿਲਦੇ ਰਹੇ, ਸਾਡੇ ਸੂਬਾਈ ਲੀਡਰਾਂ ਨੂੰ, ਤੋਂ ਟਾਈਮ ਲੈ ਕੇ ਦਿੱਤਾ। ਹਾਂ, 10 ਦਸੰਬਰ ਦਾ ਟਾਈਮ ਜਿਹੜਾ ਉਹ ਨਿਸ਼ਚਿਤ ਹੋਇਆ ਕਿ 10 ਦਸੰਬਰ ਨੂੰ ਤੁਹਾਡੀ ਗੱਲ ਕਰਾਵਾਂਗੇ। ਚੀਫ ਸੈਕਟਰੀ ਪੰਜਾਬ ਪਲੱਸ ਜਿੰਨੇ ਵੀ ਸੈਕਟਰੀ ਸੀਗੇ ਡਿਪਾਰਟਮੈਂਟ ਦੇ, ਸਾਡੇ ਮੈਡੀਕਲ ਡਿਪਾਰਟਮੈਂਟ ਦੇ ਜਾਂ ਹੋਰ ਵੀ ਜਿਹੜੀ ਸੀਗੀ, ਉਹਨਾਂ ਨਾਲ ਇੱਕ ਪੈਨਲ ਮੀਟਿੰਗ ਹੋਈ, ਜਿਸ ਵਿੱਚ ਸਾਡਾ ਮਸਲਾ ਜਿਹੜਾ ਹੈ ਉਹ ਵਿਚਾਰਿਆ ਗਿਆ। ਔਰ ਉਹਨਾਂ ਨੇ ਕਿਹਾ ਵੀ ਇਹ ਮਸਲਾ ਜਿਹੜਾ ਹੈ ਇਹ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਜਿਹੜਾ ਹੈ ਉਹਦੇ ਨਾਲ ਤਾਲੁਕ ਰੱਖਦਾ ਹੈ। ਤੋ ਸ੍ਰੀ ਰਾਜ ਕੁਮਾਰ ਵੇਰਕਾ ਜੀ ਜਿਹੜੀ ਮਿਨਿਸਟਰ ਇਹਦੇ ਨਾਲ ਤਾਲੁਕ ਰੱਖਦੇ, ਉਹਨਾਂ ਕੋਲੇ ਭੇਜ ਦਿੱਤਾ ਗਿਆ। ਹੁਣ 2-3 ਦਿਨ ਪਹਿਲਾਂ ਸਾਡੇ ਸੂਬਾ ਪ੍ਰਧਾਨ ਜੀ ਧਰਨਾਮਲ ਗੋਇਲ ਜੀ ਦੀ ਅਗਵਾਈ ਦੇ ਹੇਠ ਇੱਕ ਵਫਦ ਜਿਹੜਾ ਸਾਡਾ ਸੂਬਾਈ ਲੀਡਰਾਂ ਦਾ, ਉਹ ਰਾਜ ਕੁਮਾਰ ਵੇਰਕਾ ਜੀ ਨੂੰ ਮਿਲਿਆ, ਜਿਨ੍ਹਾਂ ਨੇ ਇਹ ਭਰੋਸਾ ਦਿੱਤਾ ਕਿ ਤੁਹਾਡਾ ਜਿਹੜਾ ਕੰਮ ਹੈ ਇਹ ਮੈਂ ਫਾਈਲ ਜਿਹੜੀ ਹੈ ਇਹ ਕੈਬਨਿਟ ਨੂੰ ਨੋਟੀਫਿਕੇਸ਼ਨ ਦੇ ਲਈ ਭੇਜ ਦਿੱਤੀ ਹੈ ਕਿ ਤੁਹਾਡਾ ਕੰਮ ਮੇਰੇ ਵੱਲੋਂ ਓਕੇ ਹੈ, ਮੈਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ, ਇਹ ਕਰ ਦਿੱਤਾ ਜਾਵੇ। ਠੀਕ ਹੈ ਜੀ। ਡਾਕਟਰ ਸਾਹਿਬ, 1997 ਤੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਹੋਂਦ 'ਚ ਆਈ ਹੈ ਜੀ। ਅੱਜ 2022 ਜਮਾ ਆਪਣੇ ਬਰੂਹਾਂ ਤੇ ਖੜਾ ਹੈ, ਇੱਕ ਦਿਨ ਬਾਕੀ ਰਹਿ ਗਿਆ। ਹਾਂਜੀ। ਔਰ ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜੀਆਂ ਤੁਹਾਡੀਆਂ ਉਮੀਦਾਂ ਹੈਗੀਆਂ ਉਹਨਾਂ ਨੂੰ ਬੂਰ ਜਿਹੜਾ ਹੈਗਾ ਪਏਗਾ? ਹਰ ਸੰਘਰਸ਼ ਕਰਦਾ ਬੰਦਾ ਜਿਹੜਾ ਹੈ ਉਹ ਜਿੱਤ ਦੀ ਆਸ ਰੱਖਦਾ ਹੈ। ਬਿਲਕੁਲ ਜੀ। ਅਸੀਂ ਵੀ ਜ਼ਰੂਰ ਜਿੱਤਾਂਗੇ। ਜੰਗ ਸਾਡੀ ਜਾਰੀ ਹੈ। ਜੰਗ ਜਾਰੀ ਜਿਹੜੀ ਹੈਗੀ ਹੈ ਉਹ ਰਹਿ ਗਈ ਜਿੰਨਾ ਚਿਰ ਰਜਿਸਟਰ ਨਹੀਂ ਹੁੰਦੇ। ਜਿੰਨੀ ਦੇਰ ਸਾਡਾ ਮੋਰਚਾ ਫਤਿਹ ਨਹੀਂ ਹੁੰਦਾ, ਸਾਡੀ ਜੰਗ ਜਾਰੀ। ਜੰਗ ਜਾਰੀ ਹੈ ਜੀ, ਔਰ ਤੁਹਾਡੀ ਨਾਲ ਪ੍ਰੈਕਟਿਸ ਵੀ ਜਾਰੀ ਹੈ। ਪ੍ਰੈਕਟਿਸ ਵੀ ਜਾਰੀ ਹੈ, ਨਾਲ ਲੋਕਾਂ ਦਾ ਸਮਰਥਨ ਵੀ ਜਾਰੀ ਹੈ। ਲੋਕ ਬੜਾ ਪਿਆਰ ਦਿੰਦੇ ਹੈਗੇ ਹੈ। ਦੇਖੋ ਜੀ, ਲੋਕਾਂ ਦਾ ਸਮਰਥਨ ਜਾਰੀ ਹੈ ਤਾਂ ਹੀ ਸਾਡੀ ਪ੍ਰੈਕਟਿਸ ਜਾਰੀ ਹੈ। ਬਿਲਕੁਲ ਬਿਲਕੁਲ। ਪਿਆਰ ਸਾਨੂੰ ਕਰਦੇ ਆ ਤੇ ਅਸੀਂ ਪ੍ਰੈਕਟਿਸ ਕਰਦੇ ਹਾਂ। ਡਾਕਟਰ ਸਾਹਿਬ, ਹੁਣ ਥੋੜਾ ਜਿਹਾ ਕਰੋਨਾ ਵਾਇਰਸ ਬਾਰੇ ਜ਼ਰੂਰ ਦੱਸੋ ਵੀ ਕਰੋਨਾ ਵਾਇਰਸ ਦੀਆਂ ਕਈ ਹਜੇ ਵੀ ਇਸ ਤਰ੍ਹਾਂ ਦੇ ਸ਼ਖਸ ਹੈਗੇ ਆ ਜਿਨ੍ਹਾਂ ਨੇ ਇੱਕ ਵੀ ਡੋਜ਼ ਨਹੀਂ ਲਈ, ਪਰ ਉਹ ਕਹਿੰਦੇ ਵੀ ਮੈਂ ਫਿੱਟ ਹਾਂ ਬਿਲਕੁਲ, ਕਿ ਉਹਨਾਂ ਨੂੰ ਲੈ ਲੈਣੀ ਚਾਹੀਦੀ ਹੈ। ਹੁਣ ਦੂਸਰਾ ਖਤਰਾ ਆਪਣੇ ਤੇ ਡੈਲਟਾ ਤੋਂ ਬਾਅਦ ਇਹ ਤੀਸਰੀ ਜਿਹੜੀ ਹੈਗੀ ਆਪਾਂ ਨੂੰ ਆ ਗਈ ਹੈਗੀ ਹੈ ਇੰਡੀਕੇਸ਼ਨ। ਵੈਕਸੀਨ ਤਾਂ ਜਿਹੜੀ ਹਰ ਇਨਸਾਨ ਲਈ ਜ਼ਰੂਰੀ ਹੈ। ਹੁਣ ਤਾਂ ਸੋ ਜਿਹੜੇ ਇਹ ਫਰੰਟ ਵਾਰੀਅਰਸ ਹੈ ਉਹਨਾਂ ਵਾਸਤੇ ਬੂਸਟਰ ਡੋਜ਼ ਵੀ ਜਿਹੜੀ ਉਹ ਵੀ ਰਿਕਮੈਂਡ ਕਰਦੇ ਆ ਕਿ ਉਹ ਬੂਸਟਰ ਡੋਜ਼ ਜਿਹੜੀ ਹੈ ਤੀਸਰੀ ਡੋਜ਼ ਉਹ ਵੀ ਲਵਾਉਣ। ਜਿਹੜੇ ਫਰੰਟ ਲਾਈਨ ਜਿਹੜੇ ਹੈਗੇ ਆ ਡਾਕਟਰਸ ਜਿਹੜੇ ਆ ਉਹਨਾਂ ਨੂੰ ਇਹ ਲੈਣੀ ਚਾਹੀਦੀ ਹੈ, ਅਤੇ ਜਿਨ੍ਹਾਂ ਨੇ ਹਜੇ ਪਹਿਲਾਂ ਵੀ ਨਹੀਂ ਲਵਾਈ ਉਹ ਮੇਰੇ ਹਿਸਾਬ ਨਾਲ ਬਹੁਤ ਲੇਟ ਹੈ, ਉਹਨਾਂ ਨੂੰ ਇਹ ਲਵਾ ਲੈਣੀਆਂ ਚਾਹੀਦੀਆਂ। ਠੀਕ ਹੈ ਜੀ। ਅਤੇ ਓਮੀਕਰੋਨ ਵਾਸਤੇ ਵੱਖਰੀ ਕੋਈ ਜਿਹੜੀ ਹੈਗੀ ਡੋਜ਼ ਦੀ ਹੈ? ਇਹੀ ਵੈਕਸੀਨ ਜਿਹੜੀ ਹੈ ਇਹੀ ਉਹ ਜਿੰਨੇ ਵੀ ਕਰੋਨਾ ਵੈਰੀਐਂਟਸ ਆਉਣਗੇ ਇਹ ਸਾਰਿਆਂ ਦੇ ਲਈ ਇਹ ਕੰਮ ਕਾਰਗਰ ਹੈਗੀ ਹੈ।
ਬਾਕੀ ਉਸ ਤੋਂ ਬਾਅਦ ਜਿਹੜੀ ਹੈ ਸਰਕਾਰ ਕੀ ਨਵੇਂ ਰੂਲ ਕੱਢਦੀ ਹੈ ਉਹਦੇ ਮੁਤਾਬਕ, ਜਿਵੇਂ ਹੁਣ ਬੂਸਟਰ ਡੋਜ਼ ਦਾ ਆ ਗਿਆ, ਉਹ ਹੋ ਸਕਦਾ ਹੈ ਵੀ ਜਿੰਨੇ ਵੀ ਅੱਗੋਂ ਵੀ ਕਰੋਨਾ ਦੇ ਹੋਰ ਵੈਰੀਐਂਟਸ ਨਵੇਂ ਨਿਕਲਣਗੇ ਉਹਨਾਂ ਦੇ ਵਿੱਚ ਕਾਰਗਰ ਹੋਏਗੀ। ਡਾਕਟਰ ਸਾਹਿਬ, ਕਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਹੈਗੀ ਹੈ ਆਮ ਲੋਕਾਂ ਨੂੰ ਜਿਹੜੀ ਹੈਗੀ ਆ ਲੱਗ ਚੁੱਕੀ ਹੈ, ਪਰ ਹੁਣ ਬੱਚਿਆਂ ਦੀ ਗੱਲ ਜਿਹੜੀ ਹੈਗੀ, ਬੱਚਿਆਂ ਦੀ ਜਿੱਥੇ ਸਿਹਤ ਦਾ ਮਾਮਲਾ ਆ ਜਾਂਦਾ ਹੈ, ਸਕੂਲ ਵੀ ਓਪਨ ਹੋ ਚੁੱਕੇ ਆ, ਕਾਲਜ ਯੂਨੀਵਰਸਿਟੀਆਂ ਵੀ ਖੁੱਲ੍ਹ ਚੁੱਕੀਆਂ ਹੈ, ਔਰ ਛੋਟੇ ਬੱਚਿਆਂ ਦੇ ਜਿਹੜੇ ਹੈਗੇ ਆ ਸਕੂਲ ਵੀ ਚੱਲ ਰਹੇ ਹੈਗੇ ਆ। ਬੱਚਿਆਂ ਵਾਸਤੇ ਕੋਈ ਵੱਖਰੀ ਜਿਹੜੀ ਹੈਗੀ ਹੈ ਡੋਜ਼? ਬੱਚਿਆਂ ਵਾਸਤੇ ਵੀ ਸਰਕਾਰ ਜਿਹੜੀ ਹੈ ਉਹ ਨਵੀਂ ਵੈਕਸੀਨ ਦੀ ਖੋਜ ਕਰ ਰਹੀ ਹੈ। ਮੇਰਾ ਖਿਆਲ ਹੈ ਵੀ ਜਲਦੀ ਹੀ ਉਹ ਆ ਜਾਏ। 15 ਤੋਂ 18 ਸਾਲ ਵਾਲਿਆਂ ਲਈ ਤਾਂ ਬਹੁਤ ਹੀ ਜਲਦੀ ਆ ਜਾਣੀ ਹੈ। 15 ਸਾਲ ਤੋਂ ਥੱਲੇ ਵੀ ਜਿਹੜੀ ਹੈ ਉਹ ਵੀ ਇੱਕ ਵੈਕਸੀਨ ਜਿਹੜੀ ਹੈ ਉਹਦੀ ਖੋਜ ਵੀ ਜਾਰੀ ਹੈ, ਉਹ ਵੀ ਛੇਤੀ ਆ ਜਾਏ। ਇੱਕ ਸਾਡੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਇਹ ਜ਼ਰੂਰ ਦੱਸੋ, ਜੋ ਦਰਸ਼ਕ ਸਾਡੇ ਘਰਾਂ ਦੇ ਵਿੱਚ ਬੈਠੇ ਹੈਗੇ ਆ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਬੂਸਟਰ ਡੋਜ਼ ਖੁਰਾਕ ਦੇ ਰਾਹੀਂ ਹੀ ਦੇ ਸਕਦੇ ਆ? ਕਿਸ ਤਰ੍ਹਾਂ ਦਾ ਖਾਣ ਪੀਣ ਉਹਨਾਂ ਦਾ ਹੋਣਾ ਚਾਹੀਦਾ ਹੈ? ਚੰਗੀ ਤੇ ਸਾਫ਼ ਸੁਥਰੀ ਖੁਰਾਕ ਜਿਹੜੀ ਹੈ ਉਹ ਖਾਧੀ ਜਾਵੇ, ਪਾਣੀ ਗਰਮ, ਠੀਕ ਹੈ, ਹਮੇਸ਼ਾ ਕੋਸਾ ਪਾਣੀ ਪੀਤਾ ਜਾਵੇ। ਬਾਜ਼ਾਰ ਦੀਆਂ ਫਾਸਟ ਫੂਡ ਚੀਜ਼ਾਂ ਜਾਂ ਜੋ ਵੀ ਬਾਜ਼ਾਰ ਦਾ ਖਾਣਾ ਹੈ ਉਹ ਘੱਟ ਤੋਂ ਘੱਟ ਘਰ ਵੜਿਆ ਜਾਵੇ, ਠੀਕ ਹੈ। ਸਾਫ਼ ਸੁਥਰਾ ਘਰ ਦਾ ਖਾਣਾ ਹੀ ਖਾਓ ਤੇ ਬਾਹਰ ਦੀ ਚੀਜ਼ ਬਿਲਕੁਲ ਨਾ ਲਓ, ਠੀਕ ਹੈ। ਘਰੋਂ ਬਾਹਰ ਨਿਕਲਣ ਲੱਗਿਆ ਮਾਸਕ ਜਿਹੜਾ ਉਹ ਜ਼ਰੂਰੀ ਪਾਓ, ਸੈਨੀਟਾਈਜ਼ਰ ਜਿਹੜਾ ਵਰਤੋ, ਠੀਕ ਹੈ। ਡਾਕਟਰ ਸਾਹਿਬ, ਕੁਛ ਜੋ ਤੁਹਾਡਾ ਇਹ ਸਫ਼ਰ ਚੱਲਿਆ ਹੈ, ਜਿਸ ਤਰ੍ਹਾਂ ਤੁਸੀਂ ਪ੍ਰੈਕਟਿਸ ਦੇ ਵਿੱਚ ਡਾਕਟਰ ਸਾਹਿਬ ਕੋਲ ਗਏ ਔਰ ਪ੍ਰੈਕਟਿਸ ਲੰਬਾ ਪੀਰੀਅਡ ਇੱਕ ਪ੍ਰੈਕਟਿਸ ਕੀਤੀ, ਹੁਣ ਤੁਸੀਂ ਆਪਣਾ ਜਿਹੜਾ ਹੈਗਾ ਕਲੀਨਿਕ ਚਲਾ ਰਹੇ ਹੋ, ਔਰ ਉਹਦੇ ਵਿੱਚ ਤੁਹਾਡੀਆਂ ਕੀ ਪ੍ਰਾਪਤੀਆਂ ਰਹੀਆਂ ਉਹ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰੋ। ਪ੍ਰਾਪਤੀਆਂ ਤਾਂ ਮੇਰੀਆਂ ਬਹੁਤ ਨੇ ਜੀ, ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ। ਕੋਈ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਆਉਣਗੇ ਵੀ ਜਿਹੜੇ ਹੈਗੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਪਹੁੰਚਿਆ ਤੁਹਾਡੇ ਕੋਲੇ, ਫਿਰ ਵੀ ਤੁਸੀਂ ਉਹਦੀ ਜਾਨ ਬਚਾਈ? ਉਹ ਦੇਖੋ, ਉਹ ਤਾਂ ਸਾਡਾ ਪੇਸ਼ਾ ਹੀ ਹੈ ਜੀ, ਹਾਂਜੀ, ਠੀਕ ਹੈ। ਉਹ ਹਮੇਸ਼ਾ ਹੀ ਅਸੀਂ ਇਸ ਕੰਮ ਲਈ ਤਾਂ ਤਤਪਰ ਰਹਿੰਦੇ ਹਾਂ। ਗਰੀਬ ਹੋਵੇ ਜਾਂ ਬਿਲਕੁਲ ਬੇਸਹਾਰਾ, ਉਹਦੇ ਲਈ ਤਾਂ ਬਿਲਕੁਲ ਫ੍ਰੀ ਹੈਗਾ ਹੀ ਹੈਗਾ। ਜਿਹੜਾ ਗਰੀਬ ਹੈ ਜਾਂ ਬਿਲਕੁਲ ਪੈਸੇ ਘੱਟ ਦੇ ਸਕਦਾ ਤਾਂ ਕੋਈ ਗੱਲ ਨਹੀਂ, ਜਿੰਨੇ ਦੇ ਜਾਵੇ, ਨਹੀਂ ਦੇ ਸਕਦਾ ਤਾਂ ਵੀ ਲੈ ਜਾਵੇ, ਤਾਂ ਵੀ ਕੋਈ ਗੱਲ ਨਹੀਂ। ਕਈ ਵਾਰੀ ਅਸੀਂ ਆਮ ਹੀ ਦੇਖਦੇ ਹਾਂ, ਜਿਵੇਂ ਜਿਵੇਂ ਵੱਡੇ ਹਸਪੀਟਲਾਂ ਦੇ ਵਿੱਚ ਪਹੁੰਚਦੇ ਆ, ਉਹ ਕਹਿੰਦੇ ਜੀ ਪਹਿਲਾਂ 10,000 ਜਮ੍ਹਾਂ ਕਰਾ ਦਿਓ, 20,000 ਜਮ੍ਹਾਂ ਕਰਾ ਦਿਓ। ਤੁਹਾਡਾ ਕੋਈ ਇਸ ਤਰ੍ਹਾਂ ਦਾ ਨਹੀਂ ਜੀ, ਸਾਡਾ ਇਹੋ ਜਿਹਾ ਕੋਈ ਨਹੀਂ। ਸਾਡੇ ਤਾਂ ਇਹੋ ਜਿਹੇ ਰਿਲੇਸ਼ਨ ਹੈ ਪੇਸ਼ੈਂਟਾਂ ਨਾਲ ਵੀ ਉਹ ਦਵਾਈ ਲੈ ਕੇ ਤੇ ਕਈ ਵਾਰੀ ਪੈਸੇ ਪੁੱਛਦੇ ਵੀ ਨਹੀਂ ਤੇ ਚੁੱਪ ਕਰਕੇ ਚਲੇ ਜਾਂਦੇ ਆ। ਕਿਸੇ ਨੂੰ ਆਪਣੀ ਜੇਬ ਨੂੰ ਹੱਥ ਵੀ ਨਹੀਂ ਲਾਉਂਦੇ, ਤੇ ਅਸੀਂ ਤਾਂ ਫਤਿਹ ਬੁਲਾ ਦਿੰਦੀ ਉਹਨਾਂ ਨੂੰ। ਤੁਹਾਡਾ ਕੋਈ ਅਭੁੱਲ ਯਾਦ ਜੀ ਪ੍ਰੈਕਟਿਸ ਦੇ ਦੌਰਾਨ ਤੁਹਾਨੂੰ ਕੋਈ ਵਧੀਆ ਚੀਜ਼ ਲੱਗੀ ਹੋਵੇ ਵੀ ਆਹ ਪ੍ਰੈਕਟਿਸ ਪਰਮਾਤਮਾ ਨੇ ਤੁਹਾਨੂੰ ਇੱਕ ਜਿਹੜੀ ਹੈਗੀ ਆ ਉਹ ਗੁਰ ਦਿੱਤਾ ਹੈ, ਇੱਕ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਮਾਣ ਤੁਹਾਨੂੰ ਬਖਸ਼ਿਆ ਹੈਗਾ, ਔਰ ਪ੍ਰੈਕਟਿਸ ਦੇ ਦੌਰਾਨ ਹੀ ਜੋ ਆਪਾਂ ਰੂਟੀਨ ਦੇ ਵਿੱਚ ਕੰਮ ਕਰਦੇ ਹਾਂ ਉਹਦੇ ਵਿੱਚ ਕੁਛ ਨਾ ਕੁਛ ਆਪਣਾ ਵੱਖਰੀ ਜਿਹੀ ਚੀਜ਼ ਹੁੰਦੀ ਰਹਿੰਦੀ ਹੈ, ਉਹ ਕੋਈ ਤੁਹਾਡਾ ਐਕਸਪੀਰੀਅੰਸ ਜ਼ਰੂਰ ਜਿਹੜਾ ਹੈਗਾ ਦੱਸੋ ਜੀ ਸਾਡੇ ਦਰਸ਼ਕਾਂ ਨੂੰ। ਮੈਂ ਤਾਂ ਤੁਹਾਨੂੰ ਉਹੀ ਕਹਿਣਾ ਵੀ ਕੋਈ ਇੱਕ ਨਹੀਂ, ਮੈਂ ਤੁਹਾਨੂੰ ਦੱਸ ਸਕਦਾ, ਇਹੋ ਜਿਹੇ ਹਜ਼ਾਰਾਂ ਕੇਸ ਨੇ ਵੀ ਜਿਹੜੇ ਠੀਕ ਹੋ ਕੇ ਜਾਂਦੇ ਆ, ਔਰ ਜਿਹੜੇ ਦੂਸਰੇ ਸ਼ਹਿਰਾਂ ਤੋਂ ਵੀ ਜਦੋਂ ਆਉਂਦੇ ਆ ਤੇ ਉਹ ਸਾਡੇ ਲਈ ਕੁਛ ਨਾ ਕੁਛ ਗਿਫਟ ਲੈ ਕੇ ਆਉਂਦੇ ਆ। ਉਹ ਬਹੁਤ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਇੱਕ ਪੇਸ਼ੈਂਟ ਜਦੋਂ ਠੀਕ ਹੋ ਕੇ ਜਾਵੇ, ਉਹ ਸਾਲਾਂ ਬੱਧੀ ਵਾਪਸ ਆਵੇ। ਜਾਂ ਜਿਹੜੀਆਂ ਇੱਥੋਂ ਦੀਆਂ ਬੇਟੀਆਂ ਉਹ ਜਦੋਂ ਵਿਆਹ ਕੇ ਦੂਸਰੇ ਸ਼ਹਿਰ ਚਲੀਆਂ ਜਾਂਦੀਆਂ ਅਤੇ ਜਦੋਂ ਫਿਰ ਵਾਪਸ ਆਉਂਦੀਆਂ ਨਾਲ ਆਪਣੇ ਹਸਬੈਂਡ ਨੂੰ ਲੈ ਕੇ ਆਉਂਦੀਆਂ, ਅਤੇ ਉਹ ਕੋਈ ਨਾ ਕੋਈ ਨਾਲ ਗਿਫਟ ਫੜ ਕੇ ਲੈ ਕੇ ਆਉਂਦੇ, ਮਿਲਾਉਂਦੇ ਵੀ ਐ ਡਾਕਟਰ ਸਾਹਿਬ ਨੇ ਮੈਨੂੰ ਫਲਾਣੀ ਬਿਮਾਰੀ ਤੋਂ ਠੀਕ ਕੀਤਾ ਸੀਗਾ। ਅਤੇ ਉਹ ਮਤਲਬ ਸਾਡੇ ਲਈ ਉਹ ਬੜੇ ਜਿਹੜੇ ਆ ਨਾ ਖੁਸ਼ੀ ਦੇ ਪਲ ਹੁੰਦੇ। ਠੀਕ ਹੈ ਜੀ। ਤਾਂ ਡਾਕਟਰ ਸਾਹਿਬ, ਲਗਭਗ ਜਿਹੜਾ ਹੈਗਾ ਉਹ ਸੰਘਰਸ਼ਮਈ ਰਿਹਾ ਹੈ ਸਾਰਾ ਤੁਹਾਡਾ ਜੀਵਨ, ਅੱਜ ਵੀ ਸੰਘਰਸ਼ ਤੁਸੀਂ ਕਰ ਰਹੇ ਹੋ, ਪਰ ਸਭ ਤੋਂ ਵਧੀਆ ਗੱਲ ਕੀ ਹੈਗੀ ਹੈ ਵੀ ਤੁਸੀਂ ਲੋਕ ਸੇਵਾ ਕਰ ਰਹੇ ਹੋ। ਬਿਲਕੁਲ ਜੀ। ਚਾਹੇ ਤੁਹਾਨੂੰ ਸਰਕਾਰ ਮਾਣ ਦੇਵੇ ਚਾਹੇ ਨਾ ਦੇਵੇ, ਪਰ ਲੋਕਾਂ ਦਾ ਪਿਆਰ ਜਿਹੜਾ ਹੈਗਾ ਤੁਹਾਨੂੰ ਜ਼ਰੂਰ ਮਿਲਦਾ ਹੈ। ਬਿਲਕੁਲ ਮਿਲਦਾ ਜੀ। ਤਾਂ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਵਧਦੇ ਜੀ। ਹੁਣ ਆਪਣੀ ਜੋ ਇੱਕ ਐਸੋਸੀਏਸ਼ਨ ਬਣੀ ਆ ਉਹਦੀ ਮੁੱਖ ਮੰਗ ਜਿਹੜੀ ਹੈਗੀ ਹੈ ਕੀ ਹੈ ਜੀ? ਮੁੱਖ ਮੰਗ ਉਹਦੀ ਤਾਂ ਇਹੀ ਹੈ ਜੀ ਵੀ ਸਾਨੂੰ ਸਾਰਿਆਂ ਨੂੰ ਰਜਿਸਟਰਡ ਕੀਤਾ ਜਾਵੇ। ਚਾਹੇ ਸਰਕਾਰ ਜੇ ਚਾਹੁੰਦੀ ਹੈ ਤਾਂ ਸਾਨੂੰ ਕੋਈ ਆਪਣੇ ਤਰੀਕੇ ਨਾਲ ਕੋਈ ਵੀ ਜਿਹੜੀ ਟ੍ਰੇਨਿੰਗ ਦੇ ਕੇ, ਕੋਈ ਸਿੱਖਿਆ ਦੇ ਕੇ ਸਾਨੂੰ ਉਹ ਰਜਿਸਟਰ ਕਰ ਸਕਦੀ ਹੈ। ਵੈਸੇ ਤਾਂ ਅਸੀਂ ਆਲਰੇਡੀ ਸਾਰੇ ਜਿਹੜੇ ਆ ਉਹ ਸਿੱਖਤ ਹੀ ਹੈ, ਠੀਕ ਹੈ ਜੀ, ਤਾਂ ਹੀ ਪ੍ਰੈਕਟਿਸ ਕਰ ਰਹੇ ਹਾਂ। ਹੁਣ ਜਿਵੇਂ ਮੈਂ 1975 ਤੋਂ ਲੈ ਕੇ ਅੱਜ ਤੱਕ ਤਕਰੀਬਨ 46-47 ਸਾਲ ਹੋ ਗਏ। ਹੁਣ ਇਹ ਕੋਈ ਸਿੱਖਿਅਤ ਵਗੈਰਾ ਦਾ ਇਹ ਇੰਨਾ ਕੰਮ ਕਰਦਾ ਹੀ ਨਹੀਂ। ਹਾਂਜੀ, ਸਾਡੇ ਕੋਲੇ ਲੋਕਾਂ ਦੇ ਜਿਹੜੇ ਹੁਣ ਦੂਸਰੇ ਪਿੰਡਾਂ 'ਚੋਂ ਪੇਸ਼ੈਂਟ ਭੇਜਦੇ ਆ, ਉਹ ਆਪਣੀ ਗਰੰਟੀ 'ਤੇ ਪੇਸ਼ੈਂਟ ਨੂੰ ਭੇਜ ਦਿੰਦੇ ਆ ਵੀ ਜਾਂ ਤੂੰ ਫਲਾਣੇ ਡਾਕਟਰ ਸਾਹਿਬ ਕੋਲੇ ਜਾ, ਮੇਰੀ ਗਰੰਟੀ ਹੈ ਯਾਰ, ਨਹੀਂ ਤਾਂ ਪੈਸੇ ਆ ਕੇ ਮੈਥੋਂ ਵਾਪਸ ਲੈ ਲਈ ਤੂੰ। ਠੀਕ ਹੈ ਜੀ। ਤਾਂ ਇਹ ਸਾਡੀ ਬਹੁਤ ਵੱਡਾ ਸਿੱਖਿਆ ਅਤੇ ਸਾਡੀ ਇਹੀ ਡਿਗਰੀ ਹੈ। ਨਹੀਂ, ਮੇਰਾ ਸਵਾਲ ਸੀਗਾ ਵੀ ਇਸ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ? ਸਰਕਾਰ ਜੇਕਰ ਰਜਿਸਟਰ ਕਰਦੀ ਹੈ ਕੀ ਆਪਸ਼ਨ ਹੈ?
ਇਹ ਤਾਂ ਹੁਣ ਸਰਕਾਰ ਨੇ ਵੇਖਣਾ ਜੀ ਵੀ ਉਹ ਕਿਵੇਂ ਸਾਨੂੰ ਰਜਿਸਟਰ ਤੁਹਾਡੀ ਕਰਦੀ ਹੈ। ਪ੍ਰੈਕਟਿਸ ਦੇ ਆਧਾਰ ਤੇ ਕਰ ਸਕਦੇ ਸਾਡੀ ਪ੍ਰੈਕਟਿਸ ਦੇ ਆਧਾਰ ਤੇ ਹੀ ਕਰ ਸਕਦੀ ਹੈ, ਕਿਉਂਕਿ ਤੁਸੀਂ ਪ੍ਰੈਕਟਿਸ ਕਰ ਰਹੇ ਹੋ। ਜਿਸ ਤਰ੍ਹਾਂ ਤੁਹਾਡਾ ਹੁਣ 45 ਸਾਲ ਦਾ ਕੋਈ ਜਿਹੜਾ ਹੈਗਾ ਨਾ ਛੋਟਾ ਮੋਟਾ ਤਜਰਬਾ ਨਹੀਂ ਹੁੰਦਾ। ਹਾਂਜੀ, ਅੱਧੀ ਸਦੀ ਜੇਕਰ ਤੁਸੀਂ ਜਿਹੜਾ ਹੈਗਾ ਉਹ ਅੱਧੀ ਸਦੀ ਟੱਪਣ ਵਾਲਾ ਕੰਮ ਹੋ ਗਿਆ, ਪਰ ਫਿਰ ਵੀ ਇੱਕ ਸ਼ਬਦ ਜਿਹੜਾ ਹੈਗਾ ਝੋਲਾ ਛਾਪ, ਜਿਵੇਂ ਪਿੰਡਾਂ ਵਾਲਿਆਂ ਨੂੰ ਜ਼ਿਆਦਾਤਰ ਕਿਹਾ ਜਾਂਦਾ ਵੀ ਇਹ ਤਾਂ ਜੀ ਵੈਸੇ ਜਿਹੜਾ ਹੈਗਾ ਉਹ ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਿਹਾ। ਹਾਂਜੀ ਹਾਂਜੀ। ਤਾਂ ਉਹ ਜਦੋਂ ਕੋਈ ਕਹਿੰਦਾ ਉਦੋਂ ਫਿਰ ਦਿਲ ਚੋਂ ਚੀਸ ਨਹੀਂ ਉੱਠਦੀ? ਦੇਖੋ ਮਨ ਨੂੰ ਤਾਂ ਦੁੱਖ ਹੁੰਦਾ ਹੀ ਹੈ, ਠੀਕ ਹੈ, ਲੇਕਿਨ ਕੀ ਕੀਤਾ ਜਾਵੇ, ਜੋ ਆਪਾਂ ਕਿਸੇ ਦਾ ਮੂੰਹ ਤਾਂ ਆਪਾਂ ਬੰਦ ਨਹੀਂ ਕਰ ਸਕਦੇ। ਬਿਲਕੁਲ ਸਹੀ ਗੱਲ ਹੈ ਜੀ, ਪਰ ਲੋਕਾਂ ਦਾ ਪਿਆਰ ਤਾਂ ਲੋਕਾਂ ਦਾ ਪਿਆਰ ਸਾਡੇ ਨਾਲ ਹੈ। ਲੋਕਾਂ ਨੇ ਕਦੀ ਵੀ ਨਹੀਂ ਇਸ ਗੱਲ ਨੂੰ ਕੀਤਾ। ਲੋਕੀ ਸਾਨੂੰ ਡਾਕਟਰ ਸਾਹਿਬ, ਅੰਕਲ ਜੀ, ਚਾਚਾ ਜੀ ਕਹਿ ਕੇ ਬੁਲਾਉਂਦੇ ਆ। ਕਈ ਵਾਰੀ ਇਸ ਤਰ੍ਹਾਂ ਦਾ ਵੀ ਹੋਏਗਾ ਵੀ ਅੱਜ ਪੋਤਰਾ ਉਹਨਾਂ ਦਾ ਤੁਹਾਡੇ ਤੋਂ ਦਵਾਈ ਲੈ ਰਿਹਾ, ਉਹਦੇ ਫਾਦਰ ਸਾਹਿਬ ਸੀ, ਫਾਦਰ ਸਾਹਿਬ ਦੇ ਫਾਦਰ ਸਾਹਿਬ ਵੀ ਤਾਂ ਉੱਥੋਂ ਦਵਾਈ, ਪੀੜ੍ਹੀਆਂ ਵੀ ਜੁੜੀਆਂ, ਚਾਰ ਪੀੜ੍ਹੀਆਂ ਲਗਾਤਾਰ ਆ ਰਹੀਆਂ, ਇੱਕ ਨਹੀਂ ਅਨੇਕ ਪਰਿਵਾਰਾਂ ਦੀਆਂ ਜਿਹੜੇ ਇੱਕ ਦੂਜੇ ਨਾਲ ਸਾਡੇ ਤੱਕ ਅੱਜ ਤੱਕ ਜੁੜੇ ਹੋਏ ਆ। ਚੌਥੀ ਪੀੜ੍ਹੀ ਮੇਰੇ ਕੋਲੇ ਆ ਰਹੀ। ਕੀ ਬਾਤ ਹੈ ਜੀ। ਤਾਂ ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਦੇਖੋ ਚੌਥੀ ਪੀੜ੍ਹੀ ਡਾਕਟਰ ਸਾਹਿਬ ਦੱਸ ਰਹੇ ਆ, 45 ਸਾਲ ਦਾ ਐਕਸਪੀਰੀਅੰਸ ਹੈ, ਪਰ ਫਿਰ ਵੀ ਇਹਨਾਂ ਦੇ ਇੱਕ ਜੋ ਲੇਬਲ ਲੱਗਿਆ ਹੈ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ। ਸਰਕਾਰ ਨੂੰ ਸਾਡੀ ਵੀ ਬੇਨਤੀ ਹੈ, ਚੈਨਲ ਵੱਲੋਂ ਵੀ ਬੇਨਤੀ ਹੈਗੀ ਹੈ, ਇਸ ਤਰ੍ਹਾਂ ਦੇ ਸ਼ਖਸ ਜੋ ਕਰੋਨਾ ਵਾਇਰਸ ਦੇ ਦੌਰਾਨ, ਓਮੀਕਰੋਨ ਦੇ ਦੌਰਾਨ ਫਰੰਟ ਵਾਰੀਅਰ ਦੇ ਤੌਰ ਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ, ਆਪਣੀ ਫੈਮਿਲੀ ਨੂੰ ਸੈਕੰਡ ਪ੍ਰਾਇੋਰਟੀ ਤੇ ਰੱਖ ਕੇ ਫਸਟ ਜਿਹੜੀ ਹੈਗੀ ਆ ਸੇਵਾ ਕੀਤੀ ਹੈਗੀ ਆ ਲੋਕ ਭਲਾਈ ਵਾਸਤੇ। ਤਾਂ ਇਹਨਾਂ ਐਸੋਸੀਏਸ਼ਨਾਂ ਦੇ ਬਾਰੇ, ਇਹਨਾਂ ਲੋਕਾਂ ਦੇ ਬਾਰੇ, ਇਹਨਾਂ ਦੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਹੈ। 45 ਸਾਲ ਦਾ ਜਿੱਦਾਂ ਦਾ ਤਜਰਬਾ ਹੈ, ਉਹਨਾਂ ਦੇ ਵਾਸਤੇ ਜ਼ਰੂਰ ਸਰਕਾਰ ਨੂੰ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ, ਕੋਈ ਮਾਪਦੰਡ ਰੱਖਣਾ ਚਾਹੀਦਾ ਹੈ। ਕਿਸੇ ਤਰੀਕੇ ਇਹਨਾਂ ਦਾ ਇੱਕ ਜਿਹੜਾ ਹੈਗਾ ਉਹ ਲੀਗਲ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ ਬਿਲਕੁਲ ਆਪਾਂ ਅੰਤਿਮ ਪੜਾਅ 'ਤੇ ਪਹੁੰਚ ਚੁੱਕੇ ਹਾਂ ਜੀ। ਹੁਣ ਅੱਗੇ ਦਾ ਫਿਊਚਰ ਪਲਾਨ ਕੀ ਹੈ? ਫਿਊਚਰ ਪਲਾਨ ਤਾਂ ਸਾਡਾ ਜੀ, ਜੋ ਪਹਿਲਾਂ ਅਸੀਂ ਪਲਾਨ ਲੈ ਕੇ ਤੁਰੇ ਸੀਗੇ, ਸਾਡਾ ਉਹੀ ਅਗਲਾ ਹੈਗਾ ਜੀ। ਰਜਿਸਟ੍ਰੇਸ਼ਨ ਕਰਾਉਣੀ ਸਾਡੀ ਮੁੱਖ ਮੰਗ ਹੈ, ਔਰ ਇਹਦੇ ਲਈ ਸਾਡੀ ਜਦੋਜਹਿਦ ਜਿਹੜੀ ਹੈ ਉਹ ਜਾਰੀ ਰਹੇਗੀ। ਪ੍ਰੈਕਟਿਸ ਤਾਂ ਅਸੀਂ ਕਰੀ ਜਾਂਦੇ। ਹੁਣ ਵੋਟਾਂ ਆ ਰਹੀਆਂ ਜੀ, ਸਾਰੀਆਂ ਪਾਰਟੀਆਂ ਨੇ ਵੀ ਤੁਹਾਨੂੰ ਜਿਹੜਾ ਹੈਗਾ ਉਹ ਜਿਵੇਂ ਆਪਾਂ ਕਹਿ ਦਿੰਦੇ ਆ ਜੀ ਲੋਲੀਪੌਪ ਦਿੱਤੇ ਹੋਣੇ। ਹਾਂਜੀ ਹਾਂਜੀ। ਤਾਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਕੋਈ ਤੁਸੀਂ ਚੀਜ਼ ਸ਼ੇਅਰ ਕਰਨੀ ਚਾਹੁੰਦੇ ਹੋ? ਦੇਖੋ ਪਹਿਲੀਆਂ ਸਾਡੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਰਵਾਇਤੀ ਸੀਗੀਆਂ ਉਹ ਤਾਂ ਸਾਨੂੰ ਲਾਰੇ ਲਾਈ ਜਾਂਦੀਆਂ ਸੀਗੀਆਂ। ਹੁਣ ਸਾਡੀ ਨਵੀਂ ਪਾਰਟੀ ਜਿਹੜੀ ਆਪ ਹੈ, ਇਹਦੇ ਵੱਲੋਂ ਵੀ ਜਿਹੜੇ ਇਹਨਾਂ ਦੇ ਆਪੋਜੀਸ਼ਨ ਲੀਡਰ ਹੈ ਹਰਪਾਲ ਸਿੰਘ ਚੀਮਾ ਜੀ, ਇਹਨਾਂ ਨੇ ਵੀ ਕਿਹਾ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਜਾਂ ਕੋਈ ਸ਼ਾਰਟ ਕੋਰਸ ਕਰਾ ਕੇ ਤੇ ਰਜਿਸਟਰਡ ਕਰਾਂਗੇ। ਤੁਹਾਨੂੰ ਲੱਗਦਾ ਵੀ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੈ? ਦੇਖੋ ਜੀ, ਸਾਨੂੰ ਤਾਂ ਨਹੀਂ ਲੱਗਦਾ, ਲੋਕਾਂ ਨੂੰ ਵੀ ਨਹੀਂ ਲੱਗਦਾ। ਫਿਰ ਵੀ ਸਰਕਾਰ ਨੂੰ ਜਿਹੜਾ ਹੈਗਾ ਉਹ ਜ਼ਰੂਰ ਲੱਗਦਾ ਹੋਏਗਾ ਵੀ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਰਜਿਸਟਰਡ ਕੀਤਾ ਜਾਵੇ। ਹਾਂ ਦੇਖੋ, ਇਹ ਹੁਣ ਤਾਂ ਵੇਖਣ ਹੋਏ ਆਪੇ ਜੀ। ਹੁਣ ਤੁਹਾਡੀ ਏਜ ਕਿੰਨੀ ਹੋ ਗਈ ਜੀ? ਹੁਣ ਤੁਸੀਂ ਟ੍ਰੇਨਿੰਗ ਜੇਕਰ ਤੁਹਾਨੂੰ ਨਵੇਂ ਤਰੀਕੇ ਦੇ ਨਾਲ ਦਿੱਤੀ ਜਾਂਦੀ ਹੈ ਤਾਂ ਤੁਸੀਂ ਐਗਰੀ ਹੋਵੋਗੇ? ਜਿਹੜਾ ਬੰਦਾ ਕੰਮ ਕਰਦਾ ਉਹਨੂੰ ਟ੍ਰੇਨਿੰਗ ਲੈਣ 'ਚ ਵੀ ਕੋਈ ਉਹੋ ਜਿਹੀ ਗੱਲ ਨਹੀਂ, ਕਿਉਂਕਿ ਅਸੀਂ ਹਰ ਇੱਕ ਚੀਜ਼ ਜਿਹੜੀ ਹੈ ਉਹ ਬਹੁਤ ਜਲਦੀ ਸਿੱਖਾਂਗੇ ਨਵੇਂ ਬੰਦੇ ਨਾਲੋਂ, ਕਿਉਂਕਿ ਆਲਰੇਡੀ ਪਹਿਲਾਂ ਹੀ ਕੰਮ ਕਰ ਰਹੇ। ਸਾਨੂੰ ਕੋਈ ਟ੍ਰੇਨਿੰਗ ਲੈਣ 'ਚ ਵੀ ਕੋਈ ਦਿੱਕਤ ਨਹੀਂ ਹੈ। ਠੀਕ ਹੈ ਜੀ। ਤਾਂ ਦਰਸ਼ਕੋ, ਬੜੀ ਹੀ ਮਹੱਤਵਪੂਰਨ ਜਾਣਕਾਰੀ ਸਾਨੂੰ ਡਾਕਟਰ ਸਹਿਗਲ ਸਾਹਿਬ ਨੇ ਦਿੱਤੀ ਹੈ। ਔਰ ਹੋਰ ਕੋਈ ਤੁਹਾਡਾ ਵੀ ਸਵਾਲ ਹੈ ਤਾਂ ਤੁਸੀਂ ਜਿਹੜਾ ਹੈਗਾ ਉਹ ਸ਼ੇਅਰ ਕਰ ਸਕਦੇ ਹੋ, ਔਰ ਅਸੀਂ ਡਾਕਟਰ ਸਾਹਿਬ ਤੋਂ ਜ਼ਰੂਰ ਇਹਦੇ ਬਾਰੇ ਪੁੱਛਾਂਗੇ। ਡਾਕਟਰ ਸਾਹਿਬ, ਕਿਸਾਨੀ ਸੰਘਰਸ਼ ਦੇ ਨਾਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਵੱਖਰੇ ਜਿਸ ਤਰ੍ਹਾਂ ਪੰਜਾਬ ਤੋਂ ਹਰਿਆਣੇ 'ਚ ਪਹੁੰਚਿਆ, ਹਰਿਆਣੇ ਤੋਂ ਦਿੱਲੀ ਦੇ ਵਿੱਚ ਪਹੁੰਚਿਆ, ਔਰ ਕਿਸਾਨਾਂ ਤੋਂ ਕਿੰਨਾ ਕੁ ਮਾਣ ਸਤਿਕਾਰ ਤੁਹਾਨੂੰ ਜਿਹੜਾ ਹੈਗਾ ਮਿਲਦਾ ਅੱਜ? ਕਿਸਾਨਾਂ ਤੋਂ ਮਾਣ ਸਤਿਕਾਰ ਸਾਨੂੰ ਇੰਝ ਮਿਲਦਾ ਹੈ ਜਿਵੇਂ ਕਿਸਾਨ ਆਪਣੇ ਪੁੱਤਰ ਨੂੰ ਪਿਆਰ ਕਰਦੇ ਆ, ਉਸੇ ਤਰ੍ਹਾਂ ਦਾ ਹੀ ਇੱਕ ਡਾਕਟਰ ਨੂੰ ਪਿਆਰ ਕਰਦੇ ਆ। ਇੰਨਾ ਪਿਆਰ ਸਤਿਕਾਰ ਜਿਹੜਾ ਮਿਲਿਆ ਉਹ ਬਿਆਨਿਆ ਹੀ ਨਹੀਂ ਜਾ ਸਕਦਾ, ਕਿ ਲਫ਼ਜ਼ਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਤਾਂ ਇਹ ਸੀ ਸਾਡੇ ਨਾਲ ਡਾਕਟਰ ਸਹਿਗਲ ਜੀ, ਜਸਬੀਰ ਸਿੰਘ ਜੀ ਸਹਿਗਲ, ਜੋ ਕਿ ਮੋਗਾ ਤੋਂ ਹੀ ਹੈ, ਔਰ ਇੱਕ ਐਸੋਸੀਏਸ਼ਨ ਦੇ ਵਿੱਚ ਬਤੌਰ ਜ਼ਿੰਮੇਵਾਰ ਜਿਹੜਾ ਹੈਗਾ ਉਹ ਪਰਸਨ ਦੇ ਤੌਰ 'ਤੇ ਕੰਮ ਕਰ ਰਹੇ ਆ, ਔਰ ਮੋਢੇ ਦੇ ਨਾਲ ਮੋਢਾ ਜੋੜ ਕੇ ਹਰੇਕ ਸ਼ਖਸ ਦੇ ਨਾਲ ਤੁਰਨ ਨੂੰ ਤਿਆਰ ਹੈ। ਜਿਹੜਾ ਕਿਸੇ ਦੀ ਕੋਈ ਵੀ ਮੰਗ ਹੈਗੀ ਆ ਉਹ ਇਹ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਆ। ਤਾਂ ਡਾਕਟਰ ਸਾਹਿਬ, ਹੁਣ ਥੋੜ੍ਹਾ ਜਿਹਾ ਕਰੋਨਾ ਵਾਇਰਸ ਔਰ ਓਮੀਕਰੋਨ 'ਤੇ ਆ ਜਾਈਏ। ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਇੱਕ ਵਾਰੀ, ਜਿਵੇਂ ਹੁਣ ਚੱਲ ਰਿਹਾ ਹੈਗਾ ਵੀ ਲੋਕਡਾਊਨ ਲੱਗ ਜਾਣਾ ਜੀ, ਘਰੋਂ ਨਿਕਲਣਾ ਨਹੀਂ ਹੈ, 15 ਤਰੀਕ ਤੋਂ ਨਵੀਆਂ ਡਾਇਰੈਕਸ਼ਨ ਆ ਜਾਣੀਆਂ ਸਰਕਾਰ ਦੀਆਂ,
ਤਾਂ ਉਹਦੇ ਵਾਸਤੇ ਥੋੜਾ ਜਿਹਾ ਦਿਮਾਗਾਂ ਦੇ ਮਾਈਂਡ ਜਿਹੜਾ ਹੈਗਾ ਜ਼ਰੂਰ ਲੋਕਾਂ ਦਾ ਕਿਸ ਤਰ੍ਹਾਂ ਉਹ ਮਾਈਂਡ ਸੈਟ ਬਣਾਉਣ ਵੀ ਉਹ ਘਰਾਂ ਦੇ ਵਿੱਚ ਹੀ ਰਿਸਟ ਪੁਸ਼ਟ ਰਹਿਣ। ਦੇਖੋ, ਇੱਕ ਤਾਂ ਕਿਸੇ ਵੀ ਐਲਾਨ ਤੋਂ ਡਰਨ ਦੀ ਲੋੜ ਨਹੀਂ, ਉਹਦੇ ਤੋਂ ਸੁਚੇਤ ਹੋਣ ਦੀ ਲੋੜ ਹੈ। ਜਦੋਂ ਅਸੀਂ ਸੁਚੇਤ ਹੋਵਾਂਗੇ ਤਾਂ ਫਿਰ ਹੀ ਅਸੀਂ ਜਿਹੜਾ ਆਪਣੀ ਸਿਹਤ ਦੇ ਲਈ ਜਿਹੜਾ ਹੈ ਉਹ ਕੁਝ ਕਰ ਪਾਵਾਂਗੇ। ਜੇ ਸਰਕਾਰ ਲਾਕਡਾਊਨ ਕਰਦੀ ਹੈ ਤਾਂ ਵੀ ਸਾਡੇ ਭਲੇ ਦੇ ਲਈ ਹੈ। ਉਹਨੂੰ ਕਦੀ ਵੀ ਉਹਦੇ ਲਈ ਸਾਡੇ ਮਨ ਦੇ ਵਿੱਚ ਕੋਈ ਭੈ ਨਹੀਂ ਹੋਣਾ ਚਾਹੀਦਾ। ਉਹ ਆਪਣੇ ਪਰਿਵਾਰ ਦੇ ਲਈ, ਆਪਣੇ ਲਈ ਹਮੇਸ਼ਾ ਜਿਹੜਾ ਤੁਸੀਂ ਸਾਵਧਾਨੀਆਂ ਵਰਤਣੀਆਂ, ਜੋ ਨਵੇਂ ਤੁਹਾਨੂੰ ਪ੍ਰੀਕਾਸ਼ਨ ਮਿਲਣਗੇ ਉਹਨਾਂ ਨੂੰ ਗ੍ਰਹਿਣ ਕਰਨਾ, ਉਹਨਾਂ ਦੇ ਉੱਪਰ ਚੱਲਣ ਦਾ ਜਿਹੜਾ ਹੈ ਉਹ ਕੋਸ਼ਿਸ਼ ਕਰਨੀ ਹੈ, ਅਤੇ ਇਸ ਬਿਮਾਰੀ ਤੋਂ ਬਚੇ ਰਹੋਗੇ। ਦਰਸ਼ਕੋ, ਬੜੇ ਡਿਟੇਲ ਦੇ ਨਾਲ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਹੈ। ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜੋ ਸਾਵਧਾਨੀਆਂ ਹੈ ਉਹ ਜ਼ਰੂਰ ਵਰਤਣੀਆਂ ਹੈ। ਅਗਰ ਤੁਹਾਡੇ ਕਰੋਨਾ ਵਾਇਰਸ ਦੀ ਡੋਜ਼ ਪਹਿਲੀ ਨਹੀਂ ਲੱਗੀ ਹੈ, ਦੂਸਰੀ ਨਹੀਂ ਲੱਗੀ ਹੈ, ਜ਼ਰੂਰ ਲਗਵਾਓ। ਸਾਡੀ ਵੀ ਜਿਹੜੀ ਹੈਗੀ ਹੈ ਦਰਸ਼ਕਾਂ ਨੂੰ ਬੇਨਤੀ ਹੈ, ਪੰਜਾਬੀਅਤ ਜਿੰਦਾਬਾਦ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਵੀ ਸੇਫ ਰੱਖਣਾ ਹੈ, ਆਪਣੇ ਪਰਿਵਾਰ ਨੂੰ ਵੀ ਸੇਫ ਰੱਖਣਾ, ਆਪਣੇ ਸਮਾਜ ਨੂੰ ਸੇਫ ਰੱਖਣਾ ਹੈ, ਆਪਣੇ ਦੇਸ਼ ਨੂੰ ਜਿਹੜਾ ਹੈਗਾ ਸੇਫ ਰੱਖਣਾ ਹੈ। ਤਾਂ ਹੀ ਸੇਫ ਰੱਖਿਆ ਜਾ ਸਕਦਾ ਜੇਕਰ ਅਸੀਂ ਜਿਹੜੀ ਹੈਗੀ ਹੈ ਵੈਕਸੀਨੇਸ਼ਨ ਲਈ ਹੋਏਗੀ। ਘਬਰਾਉਣ ਦੀ ਲੋੜ ਨਹੀਂ ਹੈ। ਮਾਈਂਡ ਸੈੱਟ ਜ਼ਰੂਰ ਜਿਹੜਾ ਹੈਗਾ ਆਪਣਾ ਇੱਕ ਸੋਲੋ ਮੋਡ 'ਤੇ ਲੈ ਆਓ ਵੀ ਜਿਹੜਾ ਹੈਗਾ ਕੋਈ ਵੀ ਸਮੱਸਿਆ ਅਗਰ ਆ ਜਾਂਦੀ ਹੈ ਤਾਂ ਉਸ ਦਾ ਹੱਲ ਹੁੰਦਾ ਹੈ। ਜਿਸ ਤਰ੍ਹਾਂ ਕਰੋਨਾ ਪੂਰੇ ਦੇਸ਼ਾਂ ਦੇ ਵਿੱਚ ਫੈਲ ਗਿਆ ਸੀ ਪਰ ਉਹਦਾ ਵੀ ਹੱਲ ਨਿਕਲਿਆ। ਔਰ ਹੁਣ ਓਮੀਕਰੋਨ ਹੈ, ਡੈਲਟਾ ਵੇਰੀਐਂਟ ਵੀ ਆਇਆ, ਓਮੀਕਰੋਨ ਆਇਆ। ਇਹ ਵੀ ਕੁਛ ਟਾਈਮ ਵਾਸਤੇ ਹੈ, ਇਹ ਚਲਾ ਜਾਣਾ ਹੈ। ਆਪਾਂ ਨੂੰ ਆਪਣੀ ਵਿਲ ਪਾਵਰ ਜਿਹੜੀ ਹੈਗੀ ਹੈ ਸਟਰੋਂਗ ਰੱਖਣੀ ਚਾਹੀਦੀ ਹੈ। ਡਾਕਟਰ ਸਾਹਿਬ ਨੇ ਜੋ ਆਪਾਂ ਨੂੰ ਸਾਵਧਾਨੀਆਂ ਦੱਸੀਆਂ ਹੈਗੀਆਂ, ਜੋ ਖੁਰਾਕ ਦੇ ਵਿੱਚ ਲੈਣਾ ਚਾਹੀਦਾ ਉਹ ਵੀ ਡਾਕਟਰ ਸਾਹਿਬ ਨੇ ਡਿਟੇਲ ਦੇ ਵਿੱਚ ਦੱਸਿਆ ਹੈ। ਔਰ ਇਸੇ ਤਰ੍ਹਾਂ ਹੀ ਆਪਾਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਸਹੀ ਤਰੀਕੇ ਦੇ ਨਾਲ ਬਿਤਾ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਜੀ ਔਰ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਔਰ ਅਸੀਂ ਤੁਹਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਖਾਸ ਕਰਕੇ ਜੋ ਪੰਜਾਬ ਦੀ ਬਣੀ ਹੈ ਉਹਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਕਿੱਡੀ ਲੰਬੀ ਪ੍ਰੈਕਟਿਸ ਜਿਹੜੀ ਹੈਗੀ ਹੈ, ਕਿੱਡੀ ਲੰਬਾ ਤੁਹਾਡਾ ਘੋਲ ਹੋ ਚੁੱਕਿਆ ਹੈ। ਅੱਜ ਵੀ ਤੁਹਾਨੂੰ ਇੱਕ ਆਸ ਦੀ ਕਿਰਨ ਜ਼ਰੂਰ ਹੈਗੀ ਹੈ ਵੀ ਸ਼ਾਇਦ ਕੋਈ ਸਰਕਾਰ ਸਾਡੀ ਬਾਂਹ ਫੜ ਲੇ, ਪਰ ਨਿਰੰਤਰ ਤੁਹਾਡੀ ਜਿਹੜੀ ਮਨੁੱਖਤਾ ਦੇ ਵਾਸਤੇ ਸੇਵਾ ਜਿਹੜੀ ਹੈਗੀ ਹੈ ਉਹ ਜਾਰੀ ਹੈ ਔਰ ਅੱਗੇ ਵੀ ਜਿਹੜੀ ਹੈਗੀ ਹੈ ਜਾਰੀ ਰਹੇਗੀ। ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹੈ। ਤੁਸੀਂ ਆਪਣਾ ਟਾਈਮ ਸਾਨੂੰ ਦਿੱਤਾ, ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਅਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।